नानके नासक बिघ्नन हर गोबिंद शुभ श्री हर राय श्री हर कृष्ण मनाओ तेग बहादुर परम सतगुर परम कृपाला श्री गुरु गोबिंद सिंह बिसाला तरो तहरा पर पुन पुन सीसा वाहिगुरु पुन सीसा बंदों बार बार जगदीसा एकंकारा सतगुरु ते प्रसाद सच होए वाहिगुरु जी की फतेह है बिघ्न विनाशन सोए जिसमें है अमृत ज्ञान है मानक भगत वैराग गुरु ग्रंथ साहिब उदद बंदो कर अनुराग गुरु ग्रंथ साहिब उदद बंदो कर अनुराग सतनाम श्री वाहिगुरु साहिब जीओ सोरठा हसी करत मम साथ मारो एह खुआए कैसे खाओ नाथ अर्क फलन मृत को करें। वाहिगुरु जी का खालसा वाहिगुरु जी की फतेह। परम सन्मान ते सत्कारयोग गुरु की साजी और नवाजी हुई गुरु का खास रूप गुरु खालसा साध संगत जीओ तंता दे पात्र हो। पिछले पैरां दे सजे हुए दीवानां च हाजरियां भर के जगत गुरु सतगुर बाणी पुरख पुरखोतम बाणी स्यों चित लावै गो गुरबाणी सुनत मेरा मन द्रव्या मन भीना निज घर आवे गो। श्री गुरु ग्रंथ साहिब जी महाराज जी दे दर्शन परसरे हो। सतगुरु नौवें पातशाह दे पावन पवित्र दरबार विच हाजरियां भर के आप जी निता प्रति जगत गुरु श्री गुरु नानक देव साहिब जी महाराज जी दे इतिहास की चल रही लड़ीवार कथा बहुत ही अदब सत्कार शरदा ते भावना सहित सरवण कर रहे। धन गुरु नानक साहब सच्चे पातशाह जी महाराज भाई बाला ते मरदाना जी समेत श्री ननकाना साहिब तो चले हैं। एमनाबाद नगर चा के भाई लालू दे घर 5 दिन ठहरे हैं। इत्थों गरीबनवाज पातशाह जी महाराज जी चले ने राजस्थान के इलाके विच विचरदियां गुरदेव पोखरण नगर है इत्थे पहुँचे हैं। गरीबनवाज सतगुरु जी क्योंकि दूर तक इत्थे जंगल ही जंगल है। 3 दिन बीत गए ने भाई मरदाना जी ने छकिया ना सतगुरां ने ना भाई बाला जी ने। भाई बाला जी और सतगुरां नूं किसी प्रकार की भुख नहीं व्यापी पर गुरदेव ने चोज वरताना इस करके भाई मरदाने नूं भुख ला दिती। 3 दिन चलदियां चलदियां बीत गए। भाई मरदाना जी की भुख नाल
ਸਰੀਰ ਦੀ ਹਾਲਤ ਕਮਜ਼ੋਰ ਹੋ ਰਹੀ ਹੈ, ਚੱਲਿਆ ਨਹੀਂ ਜਾ ਰਿਹਾ। ਗਰੀਬਨਵਾਜ ਜੀ ਨੇ ਭਾਈ ਮਰਦਾਨੇ ਵੱਲ ਵੇਖਿਆ ਕਿ ਭਾਈ ਮਰਦਾਨਾ ਜੀ ਹਿਰਦੇ 'ਚ ਸੋਚ ਰਹੇ ਨੇ ਕਿ ਮੇਰਾ ਇਹਨਾਂ ਨਾਲ ਨਿਭਾਅ ਕਿਵੇਂ ਹੋਵੇਗਾ। ਇਹਨਾਂ ਨੂੰ ਤਾਂ ਭੁੱਖ ਪਿਆਸ ਨਹੀਂ ਵਿਆਪਦੀ, ਪਰ ਮੈਨੂੰ ਤਾਂ ਭੁੱਖ ਵੀ ਵਿਆਪਦੀ ਹੈ, ਪਿਆਸ ਵੀ ਵਿਆਪਦੀ ਹੈ। ਸਤਿਗੁਰੂ ਜੀ ਕਹਿਣ ਲੱਗੇ, ਮਰਦਾਨਿਆਂ ਤੈਨੂੰ ਭੁੱਖਿਆਂ ਨਹੀਂ ਮਰਨ ਦੇਣ ਲੱਗੇ। ਜੇ ਤਾਂ ਭੁੱਖ ਦੇ ਨਾਲ ਪ੍ਰਾਣ ਤਿਆਗੇ ਵੀ ਤਾਂ ਅਸੀਂ ਤੇਰੇ ਪ੍ਰਾਣ ਵਾਪਸ ਲੈ ਆਵਾਂਗੇ। ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਹੁਣ ਇੱਥੇ ਜੰਗਲ ਵਿੱਚ ਮੇਰੇ ਪ੍ਰਾਣ ਨਿਕਲ ਚੱਲੇ ਆ, ਇੱਥੇ ਕਿੱਥੇ ਭੋਜਨ ਆਏਗਾ। ਲਾਗੇ ਹੀ ਇੱਕ ਅੱਕ ਦਾ ਬੂਟਾ ਖੜਾ ਸੀ, ਬੜਾ ਵਿਸ਼ਾਲ ਬੂਟਾ ਸੀ, ਉਹਨੂੰ ਅੰਬੀਆਂ ਲੱਗੀਆਂ ਹੋਈਆਂ ਅੱਕ ਦੀਆਂ। ਵੇਖ ਕੇ ਸਤਿਗੁਰਾਂ ਨੇ ਬਚਨ ਕੀਤਾ, ਮਰਦਾਨਿਆ ਇਹ ਫਲ ਲੱਗੇ ਆ, ਛਕ ਲੈ। ਜਦੋਂ ਸਤਿਗੁਰੂ ਜੀ ਨੇ ਬਚਨ ਕਹੇ, ਸੁਣ ਕੇ ਭਾਈ ਮਰਦਾਨਾ ਜੀ ਨੇ ਅੱਗੋਂ ਜਿਵੇਂ ਬੇਨਤੀ ਕੀਤੀ ਹੈ, ਆਓ ਮਨ ਬਿਰਤੀਆਂ ਇਕਾਗਰ ਕਰਕੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰੀਏ। ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ 'ਚ ਸੁਰਤੀਆਂ ਬਿਰਤੀਆਂ ਜੋੜੀਏ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਐਸੇ ਦੀਨ ਦਿਆਲ ਸਤਿਗੁਰਾਂ ਦਾ ਧਿਆਨ ਹਿਰਦਿਆਂ 'ਚ ਵਸਾਉਂਦਿਆਂ ਆਖੋ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠਾ ਹਸੀ ਕਰਤ ਮਮ ਸਾਥ, ਮਾਰੋ ਇਹ ਖੁਆਏ ਕੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਬਚਨ ਕਹੇ ਨਾ, ਮਰਦਾਨਿਆ ਇਹ ਜਿਹੜੇ ਅੱਕ ਨੂੰ ਕਖੜੀਆਂ ਲੱਗੀਆਂ, ਅੰਬ ਲੱਗੇ ਆ, ਇਹ ਖਾ ਲੈ। ਤੇ ਸੁਣ ਕੇ ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਮਜ਼ਾਕ ਕਰਦੇ ਹੋ, ਹਾਸੀ ਕਰਦੇ ਹੋ ਮੇਰੇ ਨਾਲ। ਮਹਾਰਾਜ ਜੀ ਇਹ ਖਵਾ ਕੇ ਮੈਨੂੰ ਮਾਰਨਾ ਚਾਹੁੰਦੇ ਹੋ? ਹਾਂਜੀ। ਕੈਸੀ ਖਾਵੋ ਨਾਥ ਅਰਕ ਫਲਨ ਮ੍ਰਿਤ ਕੋ ਕਰੇ। ਹੇ ਨਾਥ ਜੀ, ਇਹ ਫਲ ਮੈਂ ਕਿਵੇਂ ਖਾਵਾਂ? ਅੱਕ ਦੇ ਫਲ ਨੇ, ਇਹਨਾਂ ਨੂੰ ਖਾ ਕੇ ਤਾਂ ਮਹਾਰਾਜ ਜੀ ਮੌਤ ਹੋ ਜਾਏਗੀ। ਇਹ ਕਿਉਂਕਿ ਇਹਨਾਂ ਵਿੱਚ ਤਾਂ ਜ਼ਹਿਰ ਹੈ। ਜਿਹੜਾ ਇਹ ਅੱਕ ਹੁੰਦਾ ਹੈ, ਅੱਕ ਦੇ ਵਿੱਚ ਜਿਹੜਾ ਉਹ ਦੁੱਧ ਨਿਕਲਦਾ ਉਹ ਬੜਾ ਜ਼ਹਿਰੀਲਾ ਹੁੰਦਾ, ਕੁੜੱਤਣ ਭਰਿਆ ਹੁੰਦਾ। ਤੇ ਮਹਾਰਾਜ ਸੱਚੇ ਪਾਤਸ਼ਾਹ, ਜੇ ਅੰਬੀਆਂ ਜਿਹੜੀਆਂ ਇਹ ਖੱਖੜੀਆਂ ਲੱਗੀਆਂ ਮੈਂ ਖਾਵਾਂਗਾ, ਇਹਨਾਂ ਨੂੰ ਖਾ ਕੇ ਤਾਂ ਮਹਾਰਾਜ ਜੀ ਮੇਰੀ ਮੌਤ ਹੋ ਜਾਏਗੀ, ਇਹ ਮੈਂ ਕਿਵੇਂ ਖਾ ਸਕਦਾ ਹਾਂ? ਸਵਈਆ ਕਮਲਾਨਨ ਵਾਕ ਕਹੇ ਸਮਿਤੰ, ਤੁਮ ਖਾਵੋ ਖਾਏ ਸੋ ਜਾਏ ਜੀਤੇ। ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮੁਸਕਰਾਉਂਦਿਆਂ ਆ ਬੋਲੇ, ਕਮਲ ਨੈਣ ਸਤਿਗੁਰੂ। ਮਹਾਰਾਜ ਜੀ ਕਹਿੰਦੇ, ਨਾ ਮਰਦਾਨਿਆਂ ਸਤ ਬਚਨ ਕਹਿ ਤੇ ਅੱਕ ਨੂੰ ਲੱਗੀਆਂ ਹੋਈਆਂ ਜਿਹੜੀਆਂ ਇਹ ਅੰਬੀਆਂ ਨੇ, ਖੱਖੜੀਆਂ ਨੇ, ਖਾ ਲੈ, ਜਿੰਨੀਆਂ ਤੇਰਾ ਦਿਲ ਕਰੇ, ਪੇਟ ਭਰ ਕੇ ਰੱਜ ਕੇ ਖਾ ਲੈ। ਪੁਨ ਲਾਲਚ ਫੇਰ ਕਰੋ ਨਾਰੀ ਦੇ, ਨਿਜ ਰਾਖ ਨਾ ਪਾਸ ਸੁਨੋ ਸੁਮਤੇ। ਮਹਾਰਾਜ ਜੀ ਕਹਿੰਦੇ, ਹੇ ਸ੍ਰੇਸ਼ਟ ਮੱਤ ਵਾਲੇ ਭਾਈ ਮਰਦਾਨਾ ਜੀ, ਜਿੰਨੀਆਂ ਕੁ ਖਾਧੀਆਂ ਜਾਂਦੀਆਂ ਖਾ ਲੋ, ਪਰ ਲਾਲਚ ਨਾ ਕਰਿਓ ਵੀ ਮੁੜ ਕੇ ਲਾਲਚ ਕਰਕੇ ਨਾਲ ਪੱਲੇ 'ਚ ਬੰਨ ਲਓ ਵੀ ਚਲੋ ਬਾਅਦ ਵਿੱਚ ਕੱਲ੍ਹ ਨੂੰ ਫੇਰ ਛਕ ਲਾਂਗੇ। ਮਹਾਰਾਜ ਕਹਿੰਦੇ, ਹੁਣ ਇੱਥੇ ਜਿੰਨੀਆਂ ਖਾਧੀਆਂ ਜਾਂਦੀਆਂ ਪੇਟ ਭਰ ਕੇ ਰੱਜ ਕੇ ਖਾ ਲਓ, ਪਰ ਇਹਨਾਂ ਨੂੰ ਨਾਲ ਬੰਨਣ ਦਾ ਲਾਲਚ ਨਾ ਕਰਿਓ। ਇਹ ਗੱਲ ਧਿਆਨ ਕਰਕੇ ਰੱਖਿਓ। ਤਵ ਪੇਟ ਛੋਦਾ ਜਿਤਨੀ ਕੁ ਆਹੇ, ਤੇਰੇ ਪੇਟ ਵਿੱਚ ਜਿੰਨੀ ਕੁ ਭੁੱਖ ਹੈ ਇਸ ਵੇਲੇ, ਪਰ ਲੇਹੋ ਤੀਤੀ ਤਨ ਹੋਏ ਹੇਤੇ। ਓਨਾ ਕੁ ਪੇਟ ਭਰ ਲਓ, ਜਿੰਨੀ ਕੁ ਭੁੱਖ ਹੈ ਓਨਾ ਕੁ ਪੇਟ ਭਰ ਲਵੋ। ਨੈ ਹੋਵੇਂਗੋ ਦੁੱਖ ਪ੍ਰਾਨਨ ਕੋ ਹਤ, ਤੈਨੂੰ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਵਿਆਪੇਗਾ, ਤੇਰੇ ਪ੍ਰਾਣਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਇਹ ਅੱਕ ਦੀਆਂ ਖੱਖੜੀਆਂ, ਇਹ ਅੰਬੀਆਂ ਖਾ ਕੇ
ਤੈਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਦੁੱਖ ਨਹੀਂ ਵਿਆਪੇਗਾ, ਤੇਰੇ ਪ੍ਰਾਣਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਮਾਨੋ ਵਾਕ ਆਚੇਹੋ ਇਤੇ, ਤੇ ਸਾਡਾ ਬਚਨ ਮੰਨ ਕੇ ਤੇ ਜਿੰਨਾ ਤੇਰਾ ਦਿਲ ਕਰੇ, ਜਿੰਨੀ ਤੈਨੂੰ ਭੁੱਖ ਹੈ ਪੇਟ ਵਿੱਚ, ਓਨੀਆਂ ਇਹ ਅੰਬੀਆਂ ਇਹ ਖੱਖੜੀਆਂ ਛਕ ਲੈ ਸਾਡਾ ਬਚਨ ਮੰਨ ਕੇ। ਯੋ ਸੁਨ ਬੈਨ ਮਨੇ ਮਨ ਮੈਂ, ਸਤਿਗੁਰੂ ਜੀ ਦੇ ਬਚਨ ਸੁਣ ਕੇ ਭਾਈ ਮਰਦਾਨਾ ਜੀ ਨੇ 7 ਬਚਨ ਕਿਹਾ। ਇੱਥੇ ਭਾਈ ਮਰਦਾਨਾ ਜੀ ਦੇ 7 ਬਚਨ ਦੀ ਬਿਰਤੀ ਵੇਖੋ, ਵੇਖ ਕੇ ਸਾਹਮਣੇ ਪਤਾ ਵੀ ਜ਼ਹਿਰ ਨਾਲ ਭਰੀਆਂ ਹੁੰਦੀਆਂ। ਉਹਨਾਂ ਮੁੜ ਕੇ ਕਿੰਤੂ ਨਹੀਂ ਕੀਤਾ, ਪਹਿਲਾਂ ਇੱਕ ਵਾਰੀ ਬੇਨਤੀ ਕਰ ਲਈ। ਜਦੋਂ ਸਤਿਗੁਰਾਂ ਆਖਿਆ ਛਕ ਲੈ ਕੁਝ ਨਹੀਂ ਹੁੰਦਾ, ਤਾਂ ਭਾਈ ਸਾਹਿਬ ਨੇ 7 ਬਚਨ ਕਿਹਾ। ਇਹ ਉਹਨਾਂ ਦੇ ਅੰਦਰ ਮੰਨਣ ਭਾਵ ਹੈ। ਪਰ ਇਹ ਸਤਿਗੁਰਾਂ ਦੀ ਲੀਲਾ ਜਿਹੜੀ ਸਤਿਗੁਰੂ ਜੀ ਆਪ ਉਹਨਾਂ ਨੂੰ ਭੁੱਖ ਲਾ ਦਿੰਦੇ ਆ, ਭਾਈ ਮਰਦਾਨਾ ਜੀ ਨੂੰ ਚੋਜ ਕਰਨਾ ਹੁੰਦਾ। ਤੋ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਸਤਿਗੁਰੂ ਜੀ ਦੇ ਕਹੇ ਬਚਨ ਮੰਨ ਲਏ। ਪੁਨਿਆਨਨ ਖਾਤੇ ਆਨੰਦ ਚੀਤੇ, ਉਸ ਨਾਲੋਂ ਅੱਕ ਨਾਲੋਂ ਲੱਗੀਆਂ ਜਿਹੜੀਆਂ ਉਹ ਖਖੜੀਆਂ ਸੀ, ਉਹ ਤੋੜ ਤੋੜ ਕੇ ਭਾਈ ਮਰਦਾਨਾ ਜੀ ਨੇ ਮੁੱਖ ਵਿੱਚ ਪਾਈਆਂ ਤੇ ਛਕਣ ਲੱਗੇ। ਤੋਰਤ ਤੂਰਨ ਪਾਵਤ ਹੈ ਮੁਖ, ਕਿਉਂਕਿ 3 ਦਿਨਾਂ ਦੀ ਭੁੱਖ ਲੱਗੀ ਸੀ। ਤੋੜਦੇ ਨੇ ਸਬੂਤੀ ਮੂੰਹ ਚ ਪਾ ਲੈਂਦੇ ਆ, ਔਰ ਉਹਨੂੰ ਚਿੱਥਦੇ ਤੇ ਇੰਨਾ ਸਵਾਦ ਉਹਦੇ ਚ, ਉਹ ਇੰਨੀਆਂ ਰਸ ਨਾਲ ਭਰੀਆਂ, ਇੰਨਾ ਆਨੰਦ ਦੇ ਰਹੀਆਂ ਹਨ। ਖਾਵਤ ਸਾਧ ਸੋਦਾਤੇ ਅਤੇ, ਏਦਾਂ ਜਾਪਦਾ ਭਾਈ ਮਰਦਾਨੇ ਨੂੰ ਜਿਵੇਂ ਉਹ ਅੰਮ੍ਰਿਤ ਪੀ ਰਹੇ ਹੋਣ। ਮਾਨੋ ਅੰਬੀਆਂ ਨਹੀਂ ਸਨ, ਉਹਨਾਂ ਵਿੱਚ ਅੰਮ੍ਰਿਤ ਭਰਿਆ ਹੋਇਆ ਸੀ। ਇੰਨੀਆਂ ਸਵਾਦੀ ਹਨ ਤੇ ਸਵਾਦ ਸਵਾਦ ਨਾਲ ਛਕੀ ਜਾ ਰਹੇ ਨੇ। ਛੋਰ ਸਕੇ ਨੇ ਪੇਟ ਪਰਾਬੋ, ਕਹਿੰਦੇ ਇੰਨੀਆਂ ਸਵਾਦੀ ਨੇ ਵੀ ਖਾ ਖਾ ਕੇ ਉਹ ਅੰਬੀਆਂ ਢਿੱਡ ਭਰ ਗਿਆ ਭਾਈ ਮਰਦਾਨੇ ਦਾ। ਪਰ ਫਿਰ ਵੀ ਛੱਡਣ ਨੂੰ ਦਿਲ ਨਹੀਂ ਕਰਦਾ ਵੀ ਹੁਣ ਬਸ ਕਰਾਂ, ਪੇਟ ਭਰ ਗਿਆ। ਥਾਵ ਰਹਾ ਨਹਿ ਪਾਏ ਕੀਤੇ, ਹੁਣ ਪੇਟ ਵਿੱਚ ਥਾਂ ਬਾਕੀ ਨਹੀਂ ਬਚੀ ਵੀ ਕਿਤੇ ਹੋਰ ਪੈ ਜਾਣ ਅੰਦਰ, ਇਤਨਾ ਪੇਟ ਭਰਿਆ। ਪੂਰੇ ਲਿਓ ਗਰ ਲੋ ਉਦਰੰ, ਫਿਰ ਵੀ 1-2 ਉੱਤੋਂ ਖਾ ਕੇ ਗਲੇ ਤੱਕ ਆਪਣਾ ਢਿੱਡ ਚੰਗੀ ਤਰ੍ਹਾਂ ਭਰ ਲਿਆ ਭਾਈ ਮਰਦਾਨੇ ਨੇ। ਪੇਟ 'ਚ ਥਾਂ ਨਾ ਬਚੀ ਤੇ ਫਿਰ ਵੀ 2-4 ਹੋਰ ਖਾ ਕੇ ਨਾ ਉਹ ਅੰਬੀਆਂ ਜਿਹੜੀਆਂ ਸਨ, ਉਹ ਗਲੇ ਤੱਕ ਆਪਣਾ ਪੇਟ ਚੰਗੀ ਤਰ੍ਹਾਂ ਭਰ ਲਿਆ। ਤ੍ਰਿਸ਼ਨਾ ਨਾ ਹਟੇ ਬਹੁ ਤੋਰ ਲੀਤੇ, ਪਰ ਮਨ ਦੀ ਤ੍ਰਿਸ਼ਨਾ ਨਹੀਂ ਬੁੱਝੀ, ਫਿਰ ਵੀ ਤੇ ਕਹਿੰਦੇ ਇੰਨੀਆਂ ਸਵਾਦੀ ਨੇ, ਤੋੜ ਕੇ ਤੇ ਆਪਣੇ ਪੱਲੇ ਦੇ ਵਿੱਚ ਬੰਨ ਲਈਆਂ। ਲਾਲਚ ਕੋ ਕਰ ਕੇ ਫਲ ਤੋਰ, ਲਾਲਚ ਕਰਕੇ ਗੁਰੂ ਸਾਹਿਬ ਨੇ ਕਿਹਾ ਵੀ ਸੀ ਵੀ ਲਾਲਚ ਕਰਕੇ ਨਾਲ ਨਾ ਬੰਨੀ, ਇੱਥੇ ਖਾ ਲੈ ਜਿੰਨੀਆਂ ਖਾਣੀਆਂ ਨੇ। ਪਰ ਭਾਈ ਮਰਦਾਨਾ ਜੀ ਨੇ ਲਾਲਚ ਵਸ ਹੋ ਕੇ ਉਹਦੇ ਵਿੱਚੋਂ ਕੁਝ ਅੰਬੀਆਂ ਤੋੜ ਕੇ ਬੰਨ ਲਈਆਂ। ਕਿ ਬਾਂਧ ਸੋ ਪੱਲੇ ਕੇ ਸੰਗ ਲੀਏ, ਗਲ ਵਿੱਚ ਪਾਇਆ ਪੱਲਾ ਚਾਦਰਾ ਸੀ, ਉਹ ਚਾਦਰੇ ਦੇ ਇੱਕ ਕੰਨੇ ਦੇ ਨਾਲ ਭਾਈ ਸਾਹਿਬ ਜੀ ਨੇ ਉਹ ਅੰਬੀਆਂ ਬੰਨ ਕੇ ਨਾਲ ਲਟਕਾ ਲਈਆਂ। ਬਾਸਰ ਇੱਕ ਆਹਾਰ ਰੱਖਾ ਤਿੰਨ, ਇੱਕ ਦਿਨ ਵਿੱਚ ਜਿੰਨੀਆਂ ਖਾਧੀਆਂ ਜਾਣ ਵੀ ਕੱਲ ਦੇ ਦਿਨ ਇਹ ਖਾ ਲਵਾਂਗੇ, ਅੱਜ ਦਾ ਦਿਨ ਤਾਂ ਨਿਕਲ ਜਾਣਾ। ਇੱਥੇ ਜੰਗਲ 'ਚ ਖਬਰੇ ਕੱਲ ਨੂੰ ਮਿਲੇ ਕਿ ਨਾ ਮਿਲੇ। ਇਸ ਕਰਕੇ ਭਾਈ ਮਰਦਾਨੇ ਨੇ ਅਗਲੇ ਦਿਨ ਵਾਸਤੇ ਉਹ ਬੰਨ ਲਈਆਂ ਪੱਲੇ ਵਿੱਚ। ਸ਼੍ਰੀ ਗੁਰ ਤੇ ਚੱਖ ਚੋਰ ਕੀਏ, ਤੇ ਨਾਲੇ ਸਤਿਗੁਰਾਂ ਦੇ ਕੋਲੋਂ ਚੁਰਾ ਕੇ ਬੰਨੀਆਂ ਪੱਲੇ, ਵੀ ਗੁਰੂ ਸਾਹਿਬ ਦੀਆਂ ਅੱਖਾਂ ਦਾ ਨਿਗਾਹ ਨਾ ਪਵੇ। ਮਹਾਰਾਜ ਜੀ ਦੀ ਨਿਗਾਹ ਤੋਂ ਲੁਕੋ ਕੇ ਚਾਦਰੇ ਦੇ ਵਿੱਚ ਬੰਨੀਆਂ ਹਨ। ਭੁੱਖ ਲੱਗੀ ਜਬ ਹੀ ਅਗਲੇ ਦਿਨ ਟੁਰੇ ਜਾਂਦੇ ਸੀ, ਰਸਤੇ ਵਿੱਚ ਭਾਈ ਮਰਦਾਨੇ ਨੂੰ ਕੜਾਕਾ ਲੱਗਾ, ਭੁੱਖ ਲੱਗੀ। ਤੂਸ਼ਨ ਹੀ ਤਬ ਕਾਢ ਖਾਏ, ਸਤਿਗੁਰੂ ਜੀ ਅੱਗੇ ਅੱਗੇ ਟੁਰੇ ਜਾਂਦੇ ਸੀ ਭਾਈ ਬਾਲਾ ਜੀ, ਤੇ ਮਰਦਾਨਾ ਜੀ ਥੋੜਾ ਜਿਹਾ ਪਿੱਛੇ ਹੋ ਗਏ, ਮੱਠਾ ਮੱਠਾ ਟੁਰਦਿਆਂ ਟੁਰਦਿਆਂ। ਉਹ ਜਿਹੜੀਆਂ ਖੱਖੜੀਆਂ ਬੰਨੀਆਂ ਸੀ, ਭੁੱਖ ਲੱਗੀ ਨਾ, ਤੇ ਅੱਕ ਦੀਆਂ ਉਹ ਜਿਹੜੀਆਂ ਅੰਬੀਆਂ ਸੀ ਵਿੱਚੋਂ ਕੱਢ ਕੇ ਖਾਣ ਲੱਗੇ। ਇੱਕ ਖੱਖੜੀ ਆਲੇ ਤੋੜ ਕੇ ਮੂੰਹ ਵਿੱਚ ਪਾਈ ਸੀ। ਖਾਵਤ ਵਿਆਕੁਲ ਹੋਏ ਗਇਓ, ਜਦੋਂ ਮੂੰਹ ਵਿੱਚ ਪਾਈ ਤੇ ਉਹ ਨਿਰਾਈ ਜ਼ਹਿਰ, ਉਹ ਤਾਂ ਕੱਲ ਵਾਂਗੂ ਭਾਈ ਸਾਹਿਬ ਜਿਵੇਂ ਕੱਲ ਛਕੀ ਸੀ ਉਦਾਂ ਹੀ ਛਕ ਲਿਆ। ਉਹ ਜਦੋਂ ਛਕ ਕੇ ਇੱਕਦਮ ਸਬੂਤੀ ਮੂੰਹ 'ਚ ਪਾ ਕੇ ਚਿੱਥੀ ਨਿਗਲਣ ਲੱਗੇ ਤੇ ਇੱਕਦਮ ਕੁੜੱਤਣ ਭਰੀ ਜ਼ਹਿਰ ਇੱਕਦਮ ਭਾਈ ਮਰਦਾਨਾ ਜੀ
ਬੇਬਲ ਹੋ ਗਏ, ਉਹਨੂੰ ਖਾਂਦਿਆਂ ਵਿਆਕੁਲ ਹੋ ਗਏ। ਮੁਖ ਹਾਏ ਪੁਕਾਰਤ ਹਾਏ ਕੀਏ। ਉਹ ਹਾਏ ਹਾਏ ਕਰਨ ਲੱਗੇ, ਉਹਨੇ ਇੱਕਦਮ ਸਰੀਰ ਦੇ ਵਿੱਚ ਆਪਣਾ ਜ਼ਹਿਰ ਫੈਲਾ ਦਿੱਤਾ। ਜ਼ਹਿਰ ਹੀ ਹੁੰਦਾ, ਤੂੰ ਇੱਕਦਮ ਸਰੀਰ ਵਿੱਚ ਜਦੋਂ ਉਹਦਾ ਜ਼ਹਿਰ ਜਿਹਾ ਫੈਲਣ ਲੱਗਾ ਤੇ ਭਾਈ ਮਰਦਾਨਾ ਜੀ ਨੇ ਹਾਏ ਹਾਏ ਏਦਾਂ ਮੂੰਹੋਂ ਪੁਕਾਰਿਆ। ਪਰ ਕੈ ਧਰਤੀ ਪਰ ਪਾਏ ਪਸਾਰ। ਭਾਈ ਮਰਦਾਨਾ ਜੀ ਥੱਲੇ ਜ਼ਮੀਨ ਤੇ ਪੈ ਗਏ, ਲੱਤਾਂ ਪਸਾਰ ਕੇ। ਪੁਕਾਰਤ ਆਰਤ ਭਾ ਮਰਦਾਨਾ। ਬੜੇ ਦੁਖੀ ਹੋਏ ਤੇ ਵਿਆਕੁਲ ਹੋਏ ਪੁਕਾਰਦੇ ਹਨ। ਕਬ ਪੋੜਤ ਦਾਬਤ ਹੈ ਉਦਰੰਗ। ਪੇਟ 'ਚ ਇੱਕਦਮ ਦਰਦ ਹੋਣ ਲੱਗ ਪਿਆ, ਪੇਟ ਵਿੱਚ ਇੱਕਦਮ ਭਿਆਨਕ ਪੀੜਾ ਹੋਣ ਲੱਗ ਪਈ। ਕਦੇ ਲੰਮਾ ਪੈ ਕੇ ਪੇਟ ਦੱਬਦੇ ਨੇ, ਕਦੇ ਉੱਠ ਕੇ ਬਹਿੰਦੇ ਹਨ, ਏਦਾਂ ਤੜਫਦੇ ਹਨ। ਕਬ ਬੈਠਤ ਐਂਠ ਆਮੈਂਡਤ ਕਰਾਨਾ। ਤੇ ਬਹਿ ਕੇ ਕਦੇ ਆਪਣੀਆਂ ਨੱਕਾਂ ਚਾੜਦੇ ਨੇ, ਮੱਥੇ ਤੇ ਭੌਹਾਂ ਤੇ ਵੱਟ ਪੈਂਦੇ ਦਰਦ ਦੇ ਨਾਲ। ਨਿਜ ਕਾਰ ਕਰੀ ਤਰਪਾ ਕਰ ਕੈ। ਕਹਿੰਦੇ ਆਪਣੀ ਜਿਹੜੀ ਆਪਣੇ ਕੰਮ ਕਰਕੇ ਤੜਫ ਰਹੇ ਹਨ। ਉਚਰੇ ਨਾ ਗੁਰੂ ਟਿਗ ਬੈਨ ਅਯਾਨਾ। ਸਤਿਗੁਰੂ ਜੀ ਦੇ ਸਾਹਮਣੇ ਨਹੀਂ ਕੁਝ ਉਚਰਦਾ। ਪਤਾ ਭਾਈ ਮਰਦਾਨੇ ਨੂੰ ਵੀ ਮੈਂ ਕੀ ਕੀਤਾ। ਪੁਰ ਪੂਰਬੀ ਸੂਰਤ ਵਿਆਕੁਲ ਹੋਵਤ। ਹਿਰਦੇ 'ਚ ਝੂਰਦੇ ਹੋਏ ਭਾਈ ਮਰਦਾਨਾ ਜੀ ਬੜੇ ਵਿਆਕੁਲ ਹੋ ਰਹੇ ਨੇ, ਬੜੇ ਬੇਬਲ ਹੋ ਰਹੇ ਹਨ। ਯੋਂ ਦੁੱਖ ਪਾਏ ਪਰਿਓ ਤੈ ਥਾਨਾ। ਉਸੇ ਜਗ੍ਹਾ ਤੇ ਪੈ ਗਏ, ਬਹੁਤ ਜ਼ਿਆਦਾ ਦੁਖੀ ਤੇ ਵਿਆਕੁਲ ਹਨ। ਸਿੱਖਨ ਕੇ ਸੁਖ ਦਾ ਚੱਖ ਦੇਖ। ਸਿੱਖਾਂ ਨੂੰ ਸੁਖ ਦੇਣ ਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਵੇਖਿਆ। ਦੁਖਾ ਤੁਰ ਹੈ ਬਪ ਖੰ ਮਰਦਾਨਾ। ਮਹਾਰਾਜ ਜੀ ਨੇ ਵੇਖਿਆ ਕਿ ਮਰਦਾਨਾ ਬੜਾ ਦੁਖੀ ਹੈ, ਮਰਦਾਨਾ ਬੜਾ ਵਿਆਕੁਲ ਤੇ ਬੇਬਲ ਹੈ। ਆਨਨ ਤੇ ਸਮਿਤਾ ਕਰੁਣਾ ਨਿਧ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਮੁਖ ਮੰਡਲ ਭਾਈ ਮਰਦਾਨੇ ਵੱਲ ਕੀਤਾ ਤੇ ਮੁਸਕਰਾਏ ਨੇ। ਮਹਾਰਾਜ ਜੀ ਭਾਈ ਮਰਦਾਨੇ ਦੀ ਇਹ ਦਸ਼ਾ ਵੇਖ ਕੇ ਮੁਸਕਰਾਏ ਹਨ ਤੇ ਨਾਲੇ ਕਰੁਣਾ ਦੇ ਘਰ ਵਿੱਚ ਆ ਕੇ ਵੇਖਦੇ ਹਨ। ਤਾਹੀਂ ਕੇ ਸੰਗ ਸੁਵਾਕ ਬਖਾਨਾ। ਭਾਈ ਮਰਦਾਨੇ ਦੇ ਕੋਲ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਲਾਲਚ ਕੋ ਕਰ ਪਾਸ ਰੱਖੇ ਤੋਏ। ਮਹਾਰਾਜ ਜੀ ਕਹਿੰਦੇ ਮਰਦਾਨਿਆ ਤੂੰ ਸਾਡਾ ਬਚਨ ਨਹੀਂ ਨਾ ਪਾਲਿਆ। ਤੈਨੂੰ ਕਿਹਾ ਸੀ ਵੀ ਲਾਲਚ ਕਰਕੇ ਨਾਲ ਨਾ ਬੰਨੀ, ਪਰ ਤੂੰ ਲਾਲਚ ਵਸ ਹੋ ਕੇ ਇਹ ਆਪਣੇ ਨਾਲ ਲੈ ਲਈਆਂ ਸਨ। ਬੂਝ ਨਾ ਮੋਏ ਲਿਓ ਤੈ ਥਾਨਾ। ਤੇ ਸਾਡੇ ਕੋਲੋਂ ਪੁੱਛਿਆ ਨਹੀਂ ਤੂੰ, ਸਾਡੇ ਕੋਲੋਂ ਆਗਿਆ ਨਹੀਂ ਲਈ। ਜੇ ਲੈਣੀਆਂ ਵੀ ਸੀ ਨਾਲ ਤੇ ਸਾਡੇ ਕੋਲੋਂ ਪੁੱਛ ਲੈਂਦਾ, ਗੁਰੂ ਜੀ ਵੀ ਮੈਂ ਪੱਲੇ ਬੰਨ ਲਾਂ ਥੋੜੀਆਂ ਜੀਆਂ ਕੱਲ ਵਾਸਤੇ। ਸਾਡੇ ਕੋਲੋਂ ਆਗਿਆ ਲੈ ਕੇ ਪੱਲੇ ਬੰਨ ਲੈਂਦਾ, ਪਰ ਤੂੰ ਸਾਡੇ ਕੋਲੋਂ ਹੁਕਮ ਨਹੀਂ ਲਿਆ, ਆਗਿਆ ਨਹੀਂ ਲਈ ਤੇ ਆਪਣੀ ਮਰਜ਼ੀ ਦੇ ਨਾਲ ਸਾਡੇ ਕੋਲੋਂ ਲੁਕਾ ਕੇ ਆਪਣੇ ਪੱਲੇ ਬੱਧੀਆਂ ਹਨ। ਤੋ ਦੁੱਖ ਪਾਵਤ ਹੋ ਇਤਨੋ। ਤਾਂ ਹੀ ਇਤਨਾ ਦੁੱਖ ਪਾਉਣਾ ਪੈ ਰਿਹਾ। ਇੱਕ ਗੱਲ ਇੱਥੇ ਧਿਆਨ ਗੋਚਰੀ ਹੈ, ਗੁਰੂ ਸਾਹਿਬ ਕੀ ਸਮਝਾਉਣਾ ਚਾਹੁੰਦੇ ਇਸ ਪ੍ਰਸੰਗ ਨਾਲ। ਖਾਲਸਾ ਜੀ ਸਤਿਗੁਰੂ ਜੀ ਸਮਝਾਉਣਾ ਚਾਹੁੰਦੇ ਆ, ਜਿਹੜੀ ਚੀਜ਼ ਗੁਰੂ ਕੇ ਹੁਕਮ ਦੇ ਵਿੱਚ ਅਸੀਂ ਛਕੀਏ ਉਹ ਸਾਡੇ ਲਈ ਅੰਮ੍ਰਿਤ ਹੈ। ਤੇ ਜੇ ਗੁਰੂ ਦੇ ਹੁਕਮ ਤੋਂ ਬਾਹਰੀ ਹੋ ਕੇ ਵੀ ਜਿਹਨੂੰ ਛਕਣ ਵਾਸਤੇ ਗੁਰੂ ਦਾ ਹੁਕਮ ਨਹੀਂ, ਉਹ ਵਸਤੂ ਖਾਵੇ ਗੁਰੂ ਕਾ ਸਿੱਖ, ਤਾਂ ਉਹ ਗੁਰੂ ਕੇ ਸਿੱਖ ਲਈ ਜ਼ਹਿਰ ਦੇ ਮਨਿੰਦਾ ਹੈ। ਇਹ ਹੁਣ ਧਿਆਨ ਦੇਣਾ ਚਾਹੀਏ ਕਿ ਗੁਰੂ ਸਾਹਿਬ ਦਾ ਹੁਕਮ ਕੀ ਹੈ, ਛਕਣ ਵਾਸਤੇ ਵੀ ਛਕਣਾ ਕੀ ਹੈ। ਤੇ ਜਿਹੜੇ ਗੁਰੂ ਸਾਹਿਬ ਦੇ ਹੁਕਮ ਨੂੰ ਮੋੜ ਕੇ ਆਪਣੀ ਮਰਜ਼ੀ ਨਾਲ ਆਪਣੇ ਸਵਾਦਾਂ ਵਾਸਤੇ ਅਨੇਕ ਪ੍ਰਕਾਰ ਦੇ ਪਦਾਰਥ ਜਿਨ੍ਹਾਂ ਨੂੰ ਖਾਣ ਵਾਸਤੇ ਗੁਰੂ ਹੁਕਮ ਨਹੀਂ ਹੈ, ਉਹ ਵਸਤੂਆਂ ਭਖਦੇ ਨੇ, ਸ਼ਰਾਬਾਂ ਪੀਂਦੇ ਐ, ਉਹ ਜ਼ਹਿਰ ਭਖਦੇ ਹਨ। ਗੁਰੂ ਖਾਲਸਾ ਜੀ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੁਕਮ ਕੀਤਾ, ਗੁਰਸਿੱਖਾ ਵਿਵੇਕ ਰੱਖਣਾ ਖਾਣ ਦੇ ਵਿੱਚ ਵੀ, ਤੇਰੇ ਖਾਣ ਦੇ ਵਿੱਚ ਵੀ ਵਿਵੇਕ ਹੋਣਾ ਚਾਹੀਏ। ਤੋ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੂਸਰੀ ਪ੍ਰੇਰਨਾ ਇਸ ਪ੍ਰਸੰਗ ਨਾਲ ਇਹ ਵੀ ਦੇ ਰਹੇ ਨੇ ਵੀ ਬੰਦਾ ਸੋਚਦਾ ਵੀ ਮੈਂ ਪਰਮੇਸ਼ਰ ਤੋਂ ਲੁਕਾ ਕੇ ਜਾਂ ਗੁਰੂ ਕੋਲੋਂ ਲੁਕਾ ਕੇ ਕੰਮ ਕਰ ਲਵਾਂਗਾ ਤੇ ਮੈਨੂੰ ਕਿਹੜਾ ਕੋਈ ਵੇਖਦਾ ਹੈ। ਪਰ ਅੰਤਰਯਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਨਿਗਾਹ ਸਰਬ ਥਾਈਂ ਹੈ। ਮਹਾਰਾਜ ਜੀ ਕੋਲੋਂ ਲੁਕਾ ਕੇ ਜਦੋਂ ਵੀ ਕੋਈ ਮਨੁੱਖ ਪਾਪ ਕਰਮ ਕਰਦਾ ਤਾਂ ਉਹਨੂੰ ਸੁਚੇਤ ਹੋਣਾ ਚਾਹੀਦਾ ਹੈ ਕਿ ਸੱਜਣਾ ਤੈਨੂੰ ਸਾਹਿਬ ਆਪਣੀ ਦ੍ਰਿਸ਼ਟੀ ਨਾਲ ਕੋਲ ਖਲੋ ਕੇ ਵੇਖ ਰਹੇ ਹੈ।
ਇਸ ਕਰਕੇ ਇਸ ਪਾਪ ਕਰਮ ਦਾ ਤਿਆਗੀ ਹੋ ਜਾ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਮਰਦਾਨਿਆਂ ਤੈਨੂੰ ਰੋਕਿਆ ਸੀ, ਜੇ ਤੂੰ ਸਾਡਾ ਬਚਨ ਮੰਨ ਲੈਂਦਾ ਤੇ ਇਦਾਂ ਦੁਖੀ ਨਾ ਹੁੰਦਾ। ਤੈਨੂੰ ਇਹ ਦੁੱਖ ਪਾਉਣਾ ਪੈ ਰਿਹਾ ਹੈ ਕਿਉਂਕਿ ਤੂੰ ਸਾਡੇ ਕੋਲੋਂ ਪੁੱਛਿਆ ਨਹੀਂ, ਸਾਡੇ ਕੋਲੋਂ ਇਜਾਜ਼ਤ ਨਹੀਂ ਲਈ। ਮੁਝ ਬੂਝੇ ਜੇ ਨੈ ਦੁਖ ਸੋ ਜਾਨਾ। ਜੇ ਸਾਨੂੰ ਅੱਜ ਚਲੋ ਜੇ ਨਾਲ ਲੈ ਵੀ ਆਂਦੀਆਂ ਸੀ, ਅੱਜ ਹੀ ਪੁੱਛ ਲੈਂਦਾ, ਮਹਾਰਾਜ ਜੀ ਇਹ ਨਾਲ ਲਿਆਇਆ ਛਕ ਲਵਾਂ। ਜੇ ਅੱਜ ਵੀ ਪੁੱਛ ਕੇ ਛਕ ਲੈਂਦਾ ਤੇ ਅੱਜ ਵੀ ਤੈਨੂੰ ਇਹ ਦੁੱਖ ਨਾ ਵਿਆਪਦਾ। ਜਾਨਸ ਤੇ ਲਈ ਮਮ ਜੋ ਕਰ। ਤੂੰ ਜਾਣ ਬੁੱਝ ਕੇ ਸਾਡੀਆਂ ਅੱਖਾਂ ਤੋਂ ਚੁਰਾ ਕੇ ਇਹ ਵਸਤੂ, ਇਹ ਖੱਖੜੀਆਂ ਲਈਆਂ ਸਨ। ਯੋਂ ਹੇਰ ਦੇ ਲੱਖ ਬੈਨੇ ਉਚਾਰੇ। ਭਾਈ ਮਰਦਾਨੇ ਨੇ ਵੇਖਿਆ ਵੀ ਜਾਣੀ ਜਾਣ ਸਤਿਗੁਰੂ ਮੇਰੀ ਚੋਰੀ ਜਾਣ ਗਏ ਨੇ, ਵੀ ਮੈਂ ਇਹ ਚੋਰੀ ਕੰਮ ਕੀਤਾ ਹੈ। ਭਾਈ ਮਰਦਾਨਾ ਜੀ ਹੱਥ ਜੋੜ ਕੇ ਬੋਲੇ, ਕਹਿਣ ਲੱਗੇ, ਹੋ ਅਨਜਾਨ ਪਨਾ ਮਨ ਮਾਨ। ਮਹਾਰਾਜ ਜੀ ਮੈਂ ਅਣਜਾਣ ਹਾਂ। ਅਣਜਾਣ ਪੁਣੇ ਦੇ ਵਿੱਚ ਗਰੀਬ ਨਵਾਜ ਸਤਿਗੁਰੂ ਜੀ ਆਪਣੀ ਮਨਮਾਨੀ ਕੀਤੀ ਹੈ। ਨਾ ਚੀਨਤ ਭੇਦ ਚਰਿਤਰ ਤੁਮਾਰੇ। ਸਤਿਗੁਰੂ ਜੀ ਤੁਹਾਡਾ ਭੇਦ ਨਹੀਂ ਜਾਣਿਆ, ਤੁਹਾਡਾ ਚਰਿੱਤਰ, ਤੁਹਾਡਾ ਕੌਤਕ, ਤੁਹਾਡੀ ਮਹਿਮਾ ਨਹੀਂ ਜਾਣੀ। ਪੂਰਬ ਸੇ ਲੱਖ ਖਾਏ ਲਏ। ਮਹਾਰਾਜ ਜੀ ਮੈਂ ਕੱਲ ਵੀ ਇਹ ਖੱਖੜੀਆਂ ਖਾਧੀਆਂ ਸੀ, ਕੱਲ ਤਾਂ ਬੜੀਆਂ ਸਵਾਦੀ ਸਨ। ਮੈਂ ਤਾਂ ਉਹ ਸਮਝ ਕੇ ਵੀ ਉਹੀ ਨੇ, ਕੱਲ ਜਿਹੜੇ ਬੂਟੇ ਤੋਂ ਉਹ ਖਾਧੀਆਂ ਸੀ ਉੱਥੋਂ ਹੀ ਇਹ ਤੋੜੀਆਂ ਨੇ, ਮੈਂ ਤਾਂ ਉਸੇ ਸਮਾਨ ਸਮਝ ਕੇ ਖਾ ਲਈਆਂ। ਜਿਨ ਖਾਵਤ ਦੇਹ ਪਈ ਦੁਖਿਆਰੇ। ਜਿਨ੍ਹਾਂ ਨੂੰ ਖਾਂਦਿਆਂ ਸਾਰ ਮਹਾਰਾਜ ਜੀ ਮੇਰੀ ਇਹ ਦੇਹ ਦੁਖਿਆਰੀ ਹੋ ਗਈ ਹੈ। ਤੋਰੇ ਰੱਖੇ ਤੁਮ ਚੋਰੀ ਦੁਹਰਾਏ ਕੈ। ਮਹਾਰਾਜ ਜੀ ਮੈਂ ਤੁਹਾਡੇ ਕੋਲੋਂ ਛੁਪਾ ਕੇ ਚੋਰੀ ਕਰਕੇ ਆਪਣੇ ਕੋਲ ਤੋੜ ਕੇ ਰੱਖੀਆਂ ਹੋਈਆਂ ਸਨ। ਹਿਤ ਛੁਦਾਇਕ ਦਿਉਸ ਆਹਾਰੇ। ਮਹਾਰਾਜ ਇੱਕ ਦਿਨ ਦਾ ਇਹ ਭੋਜਨ ਸਮਝ ਕੇ ਮੈਂ ਆਪਣੇ ਨਾਲ ਪੱਲੇ ਬੰਨ ਕੇ ਰੱਖ ਲਈਆਂ ਸਨ। ਔਰ ਕਰੋ ਤੈਂ ਠੋਰ ਵਿਖੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੁਬਾਰਾ ਪੜੋ ਜੀ। ਔਰ ਕਰੋ ਤੈਂ ਠੋਰ ਵਿਖੇ ਅਰਕੰ। ਮਹਾਰਾਜ ਜੀ ਉੱਥੇ ਹੋਰ ਵੀ ਅੱਕ ਦੇ ਬੂਟੇ ਖੜੇ ਸਨ। ਫਲ ਫੂਲਨ ਸੋ ਗੁਰ ਚੀਨੋ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਵੇਖਿਆ ਭਾਈ ਮਰਦਾਨੇ ਨੂੰ, ਸਤਿਗੁਰੂ ਜੀ ਨੇ ਕਹਿਣ ਲੱਗੇ, ਮਰਦਾਨੇ ਆ ਵੇਖ, ਕਿਉਂਕਿ ਉੱਥੇ ਅੱਕ ਦੇ ਬੂਟੇ ਬਹੁਤ ਨੇ ਨੇੜੇ ਤੇੜੇ, ਵੱਡੇ ਵੱਡੇ ਆਕਾਰ ਦੇ ਬੂਟੇ ਐ। ਲਾਗੇ ਮਹਾਰਾਜ ਜੀ ਦੇ ਕੱਕ ਦਾ ਬੂਟਾ ਹੋਰ ਖੜਾ ਸੀ ਜਿਹਨੂੰ ਫਲ ਲੱਗੇ ਹੋਏ ਸਨ। ਤੋਰਤ ਪੇ ਫਾਲੇ ਆਪਣੇ ਹਾਥਨ। ਮਹਾਰਾਜ ਜੀ ਨੇ ਆਪਣੇ ਹੱਥੀਂ ਉਸ ਅੱਕ ਦੇ ਬੂਟੇ ਨਾਲੋਂ ਇੱਕ ਦੋ ਅੰਬੀਆਂ ਜਿਹੜੀਆਂ ਖੱਖੜੀਆਂ ਸਨ ਉਹ ਤੋੜੀਆਂ ਹਨ। ਪੀਰ ਮਿਟਾਵਨ ਕੋ ਤੈਂ ਦੀਨੋ। ਭਾਈ ਮਰਦਾਨੇ ਦੀ ਪੀੜਾ ਨੂੰ ਦੂਰ ਕਰਨ ਵਾਸਤੇ ਗੁਰਦੇਵ ਨੇ ਆਪ ਉਹ ਖੱਖੜੀਆਂ ਆਪਣੇ ਹੱਥੀਂ ਤੋੜ ਕੇ ਦਿੱਤੀਆਂ। ਪਾਵਤ ਈ ਮੁਖ ਪਾਬਾ ਭੁਖੰ। ਕਹਿੰਦੇ ਜਦੋਂ ਉਹ ਖੱਖੜੀਆਂ ਮਹਾਰਾਜ ਜੀ ਦੇ ਹੱਥੋਂ ਲੈ ਕੇ ਭਾਈ ਮਰਦਾਨੇ ਨੇ ਮੁਖ ਵਿੱਚ ਪਾਈਆਂ, ਇੱਕਦਮ ਸਰੀਰ ਉਸੇ ਵੇਲੇ 9 ਹੋ ਗਿਆ। ਉਹ ਵੀ ਖੱਖੜੀਆਂ ਨੇ ਜਿਹੜੀਆਂ ਗੁਰੂ ਸਾਹਿਬ ਜੀ ਦੇ ਬਚਨਾਂ ਨਾਲ ਖਾਧੀਆਂ ਨੇ, ਉਹ ਵੀ ਖੱਖੜੀਆਂ ਨੇ ਜਿਹੜੀਆਂ ਗੁਰੂ ਸਾਹਿਬ ਤੋਂ ਲੁਕਾ ਕੇ ਖਾਧੀਆਂ ਨੇ। ਗੁਰੂ ਆਗਿਆ ਨਹੀਂ ਸੀ ਜਿਸ ਨੂੰ ਖਾਣ ਦੀ, ਉਹ ਜ਼ਹਿਰ ਨੇ। ਜਿਹੜੀਆਂ ਗੁਰੂ ਸਾਹਿਬ ਦੀ ਆਗਿਆ 'ਚ ਖਾਧੀਆਂ ਨੇ ਉਹ ਅੰਮ੍ਰਿਤ ਰੂਪ ਨੇ। ਜੋ ਜੋ ਕੁਝ ਅਸੀਂ ਗੁਰੂ ਕੀ ਆਗਿਆ ਵਿੱਚ ਕਰਦੇ ਹਾਂ ਉਹ ਸਾਡੇ ਲਈ ਅੰਮ੍ਰਿਤ ਹੈ, ਤੇ ਜਿਹੜਾ ਅਸੀਂ ਆਪਣੀਆਂ ਮਨਮਾਨੀਆਂ ਨਾਲ, ਆਪਣੀਆਂ ਮਰਜ਼ੀਆਂ ਨਾਲ ਕਰਦੇ ਹਾਂ ਉਹ ਸਾਡੇ ਲਈ ਜ਼ਹਿਰ ਹੈ। ਬਸ ਇਹ ਸਮਝ ਲੈਣਾ ਚਾਹੀਏ। ਜੋ ਕੁਝ ਗੁਰੂ ਆਗਿਆ 'ਚ ਕਰਦੇ ਹਾਂ, ਜਿਹਨੂੰ ਕਰਨ ਦੀ ਗੁਰੂ ਆਗਿਆ ਹੈ, ਉਹ ਸਾਡੇ ਲਈ ਅੰਮ੍ਰਿਤ ਹੈ। ਜਿਸ ਨੂੰ ਕਰਨ ਵਾਸਤੇ ਗੁਰੂ ਕੀ ਆਗਿਆ ਨਹੀਂ ਹੈ, ਅਸੀਂ ਆਪਣੀਆਂ ਮਨਮਰਜ਼ੀਆਂ ਨਾਲ ਕਰੀਏ, ਉਹ ਸਾਡੇ ਲਈ ਜ਼ਹਿਰ ਹੈ। ਇਹ ਸਮਝ ਲੈਣਾ ਚਾਹੀਏ। ਗੁਰੂ ਸਾਹਿਬ ਦੀ ਆਗਿਆ 'ਚ ਕਰੋ ਤਾਂ ਅੰਮ੍ਰਿਤ ਹੈ। ਹਾਂਜੀ। ਖੈ ਦੁੱਖ ਤੇ ਹਰਖਿਓ ਰਾਖ ਲੀਨੋ। ਭਾਈ ਮਰਦਾਨਾ ਜੀ ਦਾ ਸਰੀਰ ਇੱਕਦਮ ਠੀਕ ਠਾਕ ਹੋ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਦੀ ਰੱਖਿਆ ਕੀਤੀ। ਭਾਈ ਸਾਹਿਬ ਸਮਝ ਗਏ
ਕਿ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਰੋਗਤਾ ਬਖਸ਼ ਦਿੱਤੀ ਹੈ। ਬੰਦ ਉਹ ਬੇਕਾਰ ਪਾਖ ਬੀਨੇ ਬਾਰ। ਦੋਵੇਂ ਹੱਥ ਜੋੜ ਕੇ ਭਾਈ ਮਰਦਾਨਾ ਜੀ ਨੇ ਬੜੇ ਸਨਿਮਰ ਭਾਵ ਨਾਲ ਬੇਨਤੀ ਕੀਤੀ। ਬੰਧਨ ਕੋ ਕਾਰ ਹੋਤੇ ਆਧੀਨੋ। ਨਾਲੇ ਨਮਸਕਾਰ ਕੀਤੀ, ਬੰਦਨਾ ਕਰਕੇ ਗੁਰਦੇਵ ਦੇ ਅਧੀਨ ਹੋਏ। ਜਾਂ ਬਿਦ ਸੋਕਾਰ ਅਗਰ ਚਲੇ। ਮਹਾਰਾਜ ਖਿਮਾ ਕਰਿਓ। ਏਦਾਂ ਬੇਨਤੀ ਕੀਤੀ ਤੇ ਸਤਿਗੁਰੂ ਜੀ ਅੱਗੇ ਚੱਲ ਪਏ। ਭਾਈ ਮਰਦਾਨਾ ਤੇ ਬਾਲਾ ਜੀ ਨਾਲ ਹਨ। ਗੁਰਹਾਸ ਬਿਲਾਸ ਕੇ ਵਾਕ ਉਚਾਰੇ। ਕਈ ਵਾਰ ਰਸਤੇ 'ਚ ਭਾਈ ਮਰਦਾਨੇ ਨਾਲ ਸਤਿਗੁਰੂ ਜੀ ਹਾਸ ਬਿਲਾਸ ਦੇ ਬਚਨ ਕਰਦੇ। ਭਾਈ ਮਰਦਾਨਾ ਜੀ ਕਿਉਂਕਿ ਕੁੱਲ ਕਰਕੇ ਮਿਰਾਸ਼ੀ ਵੀ ਸਨ ਤੇ ਗੁਰੂ ਸਾਹਿਬ ਜੀ ਬਹੁਤ ਸੋਹਣੇ ਬਚਨ ਬਿਲਾਸ ਕਰਦੇ। ਕਦੇ ਕਦੇ ਭਾਈ ਮਰਦਾਨੇ ਨਾਲ ਹਾਸ ਬਿਲਾਸ ਦੇ ਬਚਨ ਵੀ ਕਰ ਲਿਆ ਕਰਦੇ। ਤੋ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾ ਰਹੇ ਨੇ। ਮਾਰਗ ਜਾਤ ਉਹ ਬੇਪਸਚਾਤ। ਸਤਿਗੁਰੂ ਜੀ ਅੱਗੇ ਨੇ ਤੇ ਦੋਵੇਂ ਗੁਰੂ ਕੇ ਲਾਲ ਭਾਈ ਬਾਲਾ ਤੇ ਮਰਦਾਨਾ ਜੀ ਪਿੱਛੇ ਹਨ। ਸੁਨੇ ਸ਼ੁਭ ਬਾਤ ਸੰਦੇਹ ਨਿਵਾਰੇ। ਜਿਹੜਾ ਕੋਈ ਮਨ 'ਚ ਸਵਾਲ ਆਉਂਦਾ ਸਤਿਗੁਰਾਂ ਕੋਲੋਂ ਪੁੱਛਦੇ ਨੇ। ਗਰੀਬ ਨਵਾਜ ਸਤਿਗੁਰੂ ਜੀ ਸਾਰੇ ਸਵਾਲਾਂ ਦੇ ਜਵਾਬ ਦੇ ਕੇ ਦੋਨਾਂ ਗੁਰਸਿੱਖਾਂ ਦੇ ਸੰਦੇਹ ਦੂਰ ਕਰਦੇ ਹਨ। ਮੰਦੇ ਮੰਦ ਚੱਲੇ ਗਤ ਪੰਦ ਆਨੰਦ। ਆਨੰਦ ਦੇ ਮੂਲ ਸਤਿਗੁਰੂ ਜੀ ਸਹਿਜੇ ਸਹਿਜੇ ਟੁਰਦੇ ਜਾ ਰਹੇ ਹਨ। ਜ਼ਮੀਨ ਤੇ ਜਦੋਂ ਚਰਨ ਧਰਦੇ ਆ ਸਤਿਗੁਰੂ ਜੀ ਤੇ ਧਰਤੀ ਵੀ ਪੁਲਕ ਪੁਲਕ ਜਾਂਦੀ ਹੈ, ਵਾਰੇ ਵਾਰੇ ਜਾਂਦੀ ਹੈ ਕਿ ਗਰੀਬ ਨਵਾਜ ਸਤਿਗੁਰੂ ਜੀ ਮੈਨੂੰ ਧੀਰਜ ਦੇਣ ਆਏ ਹਨ। ਆਨੰਦ ਪਾਏ ਪੁਰ ਗ੍ਰਾਮ ਨਿਹਾਰੇ। ਰਸਤੇ ਵਿੱਚ ਅਨੇਕਾਂ ਪਿੰਡ ਆਉਂਦੇ ਆ, ਅਨੇਕਾਂ ਸ਼ਹਿਰ ਆਉਂਦੇ ਆ, ਅਨੇਕਾਂ ਨਗਰ ਆਉਂਦੇ ਆ। ਉਹਨਾਂ ਵਿੱਚੋਂ ਸਤਿਗੁਰੂ ਜੀ ਲੰਘ ਰਹੇ ਨੇ, ਅਨੇਕਾਂ ਜੀਵਾਂ ਨੂੰ ਤਾਰ ਰਹੇ ਨੇ। ਅੱਜ ਵੀ ਖਾਲਸਾ ਜੀ ਅਨੇਕਾਂ ਐਸੀਆਂ ਥਾਵਾਂ ਨੇ ਜਿੱਥੇ ਅਸੀਂ ਨਹੀਂ ਪਹੁੰਚ ਸਕੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਾ ਕੇ ਉੱਥੇ ਸਿੱਖੀ ਦਾ ਪ੍ਰਚਾਰ ਕੀਤਾ ਹੈ। ਕੁਝ ਥਾਵਾਂ ਜਿਹੜੀਆਂ ਸਾਨੂੰ ਲੱਭ ਗਈਆਂ ਉੱਥੇ ਅਸੀਂ ਅਸਥਾਨ ਬਣਾ ਲਏ। ਜਿਹੜੀਆਂ ਥਾਵਾਂ ਦਾ ਸਾਨੂੰ ਬੋਧ ਹੀ ਨਹੀਂ ਹੋ ਹਾਲੇ ਵੀ ਗੁਪਤ ਹਨ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਅਨੇਕਾਂ ਨਗਰਾਂ ਨੂੰ ਪਵਿੱਤਰ ਕਰਦਿਆਂ, ਅਨੇਕਾਂ ਜੀਵਾਂ ਦੀ ਕਲਿਆਣ ਕਰਦਿਆਂ ਜਾ ਰਹੇ ਨੇ। ਗਾਉਂ ਬਸੇ ਨਿਸ ਬਾਸੁਰ ਮੈਂ ਚੱਲ। ਰਸਤੇ ਵਿੱਚ ਕਈ ਵਾਰੀ ਨਗਰ ਆਉਂਦੇ ਤੇ ਰਾਤ ਪੈ ਜਾਂਦੀ ਤੇ ਉਹਨਾਂ ਨਗਰਾਂ ਦੇ ਵਿੱਚ ਸਤਿਗੁਰੂ ਜੀ ਰਾਤ ਬਤੀਤ ਕਰਦੇ। ਦਿਨ ਚੜ੍ਹਦਾ ਤੇ ਮਹਾਰਾਜ ਜੀ ਅੱਗੇ ਚੱਲ ਪੈਂਦੇ ਹਨ। ਦੇ ਉਪਦੇਸ਼ ਕੀਤੇ ਨਰ ਤਾਰੇ। ਅਨੇਕਾਂ ਜੀਵਾਂ ਨੂੰ ਉਪਦੇਸ਼ ਦੇ ਕੇ ਸਤਿਗੁਰੂ ਜੀ ਤਾਰਦੇ ਨੇ। ਕਦੇ ਤਾਂ ਕਈ ਦਿਨ ਕੋਈ ਨਗਰ ਆਉਂਦਾ ਇਹਦੀ ਜੰਗਲ ਹੀ ਜੰਗਲ ਹੁੰਦਾ। ਕਦੇ ਨਗਰ ਆਉਂਦਾ ਤੇ ਰਾਤ ਉੱਥੇ ਠਹਿਰਦੇ ਨੇ। ਅਨੇਕਾਂ ਜੀਵਾਂ ਨੂੰ ਉਪਦੇਸ਼ ਦੇ ਕੇ ਭਗਤੀ ਦਾ ਉਹਨਾਂ ਨੂੰ ਪਾਰ ਉਤਾਰਦੇ ਹਨ। ਕਾਵਰੂ ਦੇਸ਼ ਕੀਓ ਪਰਵੇਸ਼। ਗਰੀਬ ਨਵਾਜ ਪਾਤਸ਼ਾਹ ਚਲਦੇ ਚਲਦੇ ਕਾਮਰੂ ਦੇਸ਼ ਅਸਾਮ ਦੇ ਇਲਾਕੇ 'ਚ ਪਹੁੰਚੇ ਹਨ। ਭਲੇ ਦਰਵੇਸ਼ ਕੋ ਬੇਸ ਬਨਾਏ। ਅਸਾਮ ਤੇ ਬੰਗਾਲ ਦੇ ਇਲਾਕੇ ਦੀ ਹੱਦ ਹੈ। ਉੱਥੇ ਕਾਮਰੂ ਦੇਸ਼ ਗਰੀਬ ਨਵਾਜ ਪਾਤਸ਼ਾਹ ਜੀ ਆਏ ਹਨ। ਇਹ ਕਾਮਰੂ ਦੇਸ਼ ਜਿੱਥੇ ਬਹੁਤ ਸਾਰੇ ਤੰਤਰ ਮੰਤਰਾਂ ਦੀ ਵਿਦਿਆ ਵਾਲੇ ਲੋਕ ਰਹਿੰਦੇ ਹਨ। ਮੰਤਰਨ ਜੰਤਰਨ ਤੰਤਰਨ ਕੀ। ਸਤਿਗੁਰੂ ਜੀ ਦਾ ਬੜਾ ਦਰਵੇਸ਼ਾਂ ਵਾਲਾ ਭਲਾ ਸਵਰੂਪ ਹੈ। ਜਦੋਂ ਕਾਮਰੂ ਦੇਸ਼ ਆਏ, ਇਸ ਦੇਸ਼ ਵਿੱਚ ਮੰਤਰ, ਤੰਤਰ ਤੇ ਜੰਤਰ ਇਹ ਤਿੰਨ ਪ੍ਰਕਾਰ ਦੀਆਂ ਕਿਸਮਾਂ ਹੁੰਦੀਆਂ ਇਹਨਾਂ ਦੀਆਂ, ਮੰਤਰ, ਤੰਤਰ ਤੇ ਜੰਤਰ। ਤੋ ਇਹ ਤਿੰਨਾਂ ਪ੍ਰਕਾਰਾਂ ਦੇ ਮੰਤਰਾਂ, ਤੰਤਰਾਂ, ਜੰਤਰਾਂ ਨੂੰ ਜਾਣਨ ਵਾਲੇ ਲੋਕ ਸਨ ਇੱਥੇ। ਨਿਦ ਜੋਰ ਸੀ ਮੰਤਨ ਕੋ ਜੇ ਥਾਈ। ਜ਼ਿਆਦਾ ਇੱਥੇ ਇਸਤਰੀ ਰਾਜ ਸੀ, ਤ੍ਰਿਆ ਰਾਜ ਸੀ। ਇਸਤਰੀਆਂ ਸਨ ਇੱਥੇ ਜਿਹੜੀਆਂ ਕਾਮਰੂ ਦੇਸ਼ ਦੀਆਂ, ਜੋ ਮੰਤਰਾਂ, ਤੰਤਰਾਂ, ਜੰਤਰਾਂ ਦੀ ਵਿਦਿਆ ਨੂੰ ਜਾਣਦੀਆਂ ਸਨ। ਆਏ ਗਇਓ ਟਿਗ ਹੀ ਨਗਰਾ। ਸਤਿਗੁਰੂ ਜੀ ਚੱਲੇ ਜਾ ਰਹੇ ਨੇ ਤੇ ਚਲਦਿਆਂ ਚਲਦਿਆਂ ਇੱਕ ਨਗਰ ਨੇੜੇ ਆਇਆ। ਗੁਰ ਬੈਸ ਗਏ ਤਾਰੂ ਕੀ ਇੱਕ ਛਾਏ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਇੱਕ ਦਰਖਤ ਹੈ, ਉਸ ਦਰਖਤ ਦੀ ਛਾਂ ਤੇ ਬਹਿ ਗਏ ਥੱਲੇ ਮਹਾਰਾਜ। ਨਗਰ ਨੇੜੇ ਆ, ਨਗਰ ਵਿੱਚ ਨਹੀਂ ਗਏ।
ਨਗਰ ਦੇ ਬਾਹਰ ਹੀ ਇੱਕ ਦਰਖਤ ਹੈ, ਉਸ ਦਰਖਤ ਦੀ ਛਾਂ ਥੱਲੇ ਸਤਿਗੁਰੂ ਜੀ ਬੈਠੇ ਹਨ। ਬੀਤ ਮਾਹੂਰਤ ਏਕ ਗਇਓ, ਉੱਥੇ ਬੈਠਿਆਂ ਤਕਰੀਬਨ ਇੱਕ ਘੜੀ ਕ ਬੀਤ ਗਈ। ਮਰਦਾਨੇ ਤਬੇ ਮੁਖ ਵਾਕ ਆਲਾਏ, ਭਾਈ ਮਰਦਾਨਾ ਜੀ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਕਹਿਣ ਲੱਗੇ, ਹੇ ਪ੍ਰਭ ਜੀ ਇਹ ਸੁੰਦਰ ਦੇਸ਼, ਕਹਿਣ ਲੱਗੇ ਮਹਾਰਾਜ ਬੜਾ ਸੋਹਣਾ ਦੇਸ਼ ਹੈ ਇੱਥੋਂ ਦਾ, ਇਹ ਬੜਾ ਸੁੰਦਰ ਦੇਸ਼ ਹੈ। ਤਰੋਵਰ ਭਾਂਤੇ ਅਨੇਕ ਖਰੇ, ਮਹਾਰਾਜ ਬੜੇ ਸੋਹਣੇ ਸੋਹਣੇ ਦਰਖਤ ਖੜੇ ਆ, ਦੂਰ ਦੂਰ ਤਾਈਂ ਨਜ਼ਰ ਆਉਂਦੇ ਹਨ। ਪੁੰਗ ਤੰਬੂਲਨ ਤਾਲ ਤਮਾਲ, ਮਹਾਰਾਜ ਕੇਲਿਆਂ ਦੇ ਬੂਟੇ ਨੇ, ਸੁਪਾਰੀ ਦੇ ਬੂਟੇ ਲੱਗੇ ਹੋਏ ਨੇ ਬੜੇ ਸੋਹਣੇ, ਤੇ ਮਹਾਰਾਜ ਜੀ ਦੂਰ ਦੂਰ ਤੱਕ ਫਲਦਾਰ ਦਰਖਤ ਕੇਲਿਆਂ ਦੇ ਨਜ਼ਰ ਆਉਂਦੇ ਹਨ, ਨਾਰੀਅਲਾਂ ਦੇ ਫਲ ਨਜ਼ਰ ਆਉਂਦੇ ਹਨ। ਵਿਸਾਲ ਪਲੇ ਦਲ ਸੋਹੇ ਹਰੇ, ਮਹਾਰਾਜ ਸੱਚੇ ਪਾਤਸ਼ਾਹ ਬੜੇ ਬੜੇ ਵਿਸ਼ਾਲ ਦਰਖਤ ਲੱਗੇ ਨੇ, ਜਿਨ੍ਹਾਂ ਨੂੰ ਫਲ ਲੱਗੇ ਤੇ ਝੁਕੇ ਹੋਏ ਹਨ। ਸਾਖ ਚੁਕੀ ਫਲ ਪੀਨਨ ਸੋ, ਜਿਹੜੇ ਵੱਡੇ ਵੱਡੇ ਫਲ ਲੱਗੇ ਆ ਭਾਰੇ, ਉਹਨਾਂ ਨਾਲ ਟਹਿਣੀਆਂ ਦਰਖਤਾਂ ਦੀਆਂ ਝੁਕੀਆਂ ਹੋਈਆਂ। ਕਦਲੀ ਕੇ ਬਗੀਚਨ ਬ੍ਰਿੰਦ ਜਰੇ, ਮਹਾਰਾਜ ਉਹ ਵੇਖੋ ਕਿੰਨੇ ਸੋਹਣੇ ਕੇਲਿਆਂ ਦੇ ਬਗੀਚੇ ਨਜ਼ਰ ਆਉਂਦੇ ਹਨ। ਜੇ ਨਾਰ ਨਾਰ ਸਰੀਰ ਮੈਂ ਚੀਰਨ, ਮਹਾਰਾਜ ਲੋਕ ਬੜੇ ਹੈਰਾਨੀ ਜੇ ਵਾਲੇ ਨੇ, ਇੱਥੇ ਜਿਹੜੇ ਇਸਤਰੀਆਂ ਤੇ ਮਰਦ ਨੇ ਮਹਾਰਾਜ ਉਹਨਾਂ ਨੇ ਕੱਪੜੇ ਹੋਰ ਹੀ ਢੰਗ ਦੇ ਪਾਏ ਹੋਏ, ਕਿਉਂਕਿ ਉਸ ਪਾਸੇ ਪੰਜਾਬ ਦਾ ਰਹਿਣ ਸਹਿਣ ਤੇ ਉੱਥੋਂ ਦਾ ਰਹਿਣ ਸਹਿਣ ਵਸਤਰਾਂ ਦਾ ਹੋਰ ਪ੍ਰਕਾਰ ਦਾ ਹੈ। ਤੋ ਭਾਈ ਮਰਦਾਨਾ ਜੀ ਪਹਿਲੀ ਵਾਰ ਸਾਹਿਬ ਨਾਲ ਆਏ ਨੇ, ਕਹਿਣ ਲੱਗੇ ਮਹਾਰਾਜ ਇੱਥੋਂ ਦੇ ਲੋਕਾਂ ਨੇ, ਇਸਤਰੀਆਂ ਮਰਦਾਂ ਨੇ ਜਿਹੜੇ ਕੱਪੜੇ ਆ ਸਰੀਰ ਤੇ ਉਹ ਹੋਰ ਪ੍ਰਕਾਰ ਦੇ ਪਾਏ ਹੋਏ ਨੇ। ਆਨ ਹੀ ਰੀਤ ਸੋ ਤਾਹੇ ਤਰੇ, ਮਹਾਰਾਜ ਜੀ ਹੋਰ ਹੀ ਰੀਤ ਦੇ ਬਸਤਰ ਨੇ, ਇਹਨਾਂ ਦੇ ਤਨ ਤੇ ਪੁਸ਼ਾਕਾਂ ਪਾਈਆਂ ਹੋਈਆਂ। ਆਇਸ ਦੇਵੋ ਜਾਵੋ ਮੈਂ ਪੁਰ, ਮਹਾਰਾਜ ਜੀ ਜੇ ਤੁਹਾਡੀ ਆਗਿਆ ਹੋਵੇ, ਤੁਸੀਂ ਆਗਿਆ ਦਿਓ ਤੇ ਮੈਂ ਇਸ ਨਗਰ ਦੇ ਵਿੱਚ ਜਾ ਕੇ ਆਵਾਂ। ਹੀਰ ਪੁਰ ਹੀਰ ਆਹਾਰ ਕਰੋ ਕਹਿ ਥਾਨਾ, ਤੇ ਮਹਾਰਾਜ ਨਗਰ ਵਿੱਚ ਕਿਤੇ ਜਾ ਕੇ ਵੇਖ ਕੇ ਮੈਂ ਪ੍ਰਸ਼ਾਦਾ ਛਕ ਲਵਾਂ, ਭੋਜਨ ਛਕ ਲਵਾਂ। ਇਹ ਵੀ ਭੁੱਖ ਸਤਿਗੁਰਾਂ ਨੇ ਲਾਈ ਆ ਮਰਦਾਨੇ ਨੂੰ, ਕਿਉਂਕਿ ਨੂਰ ਸ਼ਾਹ ਜਾਦੂਗਰਨੀ ਦਾ ਪਾਰ ਉਤਾਰਾ ਕਰਨਾ ਸੀ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਜੇ ਆਗਿਆ ਹੋਵੇ ਆਗਿਆ ਦਿਓ ਤੇ ਮੈਂ ਇਸ ਨਗਰ ਵਿੱਚ ਜਾ ਕੇ ਪ੍ਰਸ਼ਾਦੇ ਦਾ ਪ੍ਰਬੰਧ ਕਰ ਲਵਾਂ, ਜਾ ਕੇ ਪ੍ਰਸ਼ਾਦਾ ਛਕ ਲਵਾਂ। ਪੂਰ ਚੋਦਾ ਮੁਝ ਲਾਗ ਰਹੀ, ਮਹਾਰਾਜ ਕਈ ਦਿਨ ਹੋ ਗਏ ਆ ਭੋਜਨ ਨਹੀਂ ਛਕਿਆ, ਭੁੱਖ ਬੜੀ ਡਾਢੀ ਲੱਗੀ ਹੋਈ ਹੈ ਤੇ ਭੁੱਖ ਬਰਦਾਸ਼ਤ ਨਹੀਂ ਪਈ ਹੁੰਦੀ। ਨੈ ਕੂਰ ਕਹੋ ਤੁਮਰੇ ਅਗਵਾਨਾ, ਮਹਾਰਾਜ ਮੈਂ ਝੂਠ ਨਹੀਂ ਬੋਲਦਾ, ਜੇ ਤੁਸੀਂ ਕਹੋ ਵੀ ਮੈਂ ਝੂਠ ਬੋਲਦਾ ਮਹਾਰਾਜ ਐਸਾ ਨਹੀਂ, ਤੁਹਾਡੇ ਸਾਹਮਣੇ ਮੈਂ ਬਿਲਕੁਲ ਸੱਚ ਕਹਿਣਾ, ਭੁੱਖ ਬਹੁਤ ਜ਼ਿਆਦਾ ਡਾਢੀ ਲੱਗੀ ਹੋਈ ਹੈ। ਸ਼੍ਰੀ ਮੁਖ ਵਾਕ ਕਹੇ ਤੈਂ ਸੋ, ਭਾਈ ਮਰਦਾਨਾ ਜੀ ਦੀ ਬੇਨਤੀ ਸੁਣ ਕੇ ਸ੍ਰੀ ਮੁਖਵਾਕ ਗੁਰਦੇਵ ਜੀ ਬੋਲੇ, ਨੈ ਜਾਵੋ ਜਾਂ ਪੁਰ ਮੈਂ ਮਰਦਾਨਾ। ਮਹਾਰਾਜ ਜੀ ਕਹਿੰਦੇ ਮਰਦਾਨਿਆ ਇਸ ਨਗਰ ਵਿੱਚ ਨਾ ਜਾਈ, ਇਹ ਨਗਰ 'ਚ ਬੜੀਆਂ ਬੁਰੀਆਂ ਬਲਾਵਾਂ ਰਹਿੰਦੀਆਂ, ਵੇਖਣ ਨੂੰ ਬੜਾ ਸੋਹਣਾ ਲੱਗਦਾ ਤੈਨੂੰ ਨਗਰ ਏ, ਪਰ ਇੱਥੇ ਬੜੀਆਂ ਬੁਰੀਆਂ ਬਲਾਵਾਂ ਰਹਿੰਦੀਆਂ, ਤੂੰ ਇਸ ਨਗਰ ਦੇ ਵਿੱਚ ਨਾ ਜਾਈ। ਜਾਨਰੀ ਦੇ ਦੁੱਖ ਦਾਨ ਸਥਾਨ, ਕਿਉਂਕਿ ਇਹ ਆਪਣੇ ਮਨ 'ਚ ਜਾਣ ਲੈ ਵੀ ਇੱਥੇ ਜਾਏਗਾ ਤੇ ਤੈਨੂੰ ਦੁਖੀ ਹੋਣਾ ਪਵੇਗਾ, ਇਹ ਥਾਂ ਤੇਰੇ ਲਈ ਦੁਖਦਾਈ ਸਾਬਤ ਹੋਵੇਗੀ ਜੇ ਤੂੰ ਜਾਵੇਂਗਾ। ਨਾ ਲਾਇਕ ਜਾਣ ਕੇ ਮਨ ਸੋ ਜਾਨਾ, ਮਰਦਾਨਿਆ ਤੂੰ ਸਿਆਣਾ, ਸਾਡੀ ਗੱਲ ਮੰਨ ਲੈ, ਤੇਰੇ ਵਾਸਤੇ ਲਾਇਕ ਨਹੀਂ ਇਹ ਥਾਂ ਕਿ ਤੂੰ ਇੱਥੇ ਜਾਵੇਂ, ਤੇਰੇ ਵਰਗੇ ਸਾਧੂ ਪੁਰਸ਼ਾਂ ਲਈ, ਤੇਰੇ ਜੈਸੇ ਵਿਵੇਕ ਬੁੱਧੀ ਵਾਲਿਆਂ ਵਾਸਤੇ ਇਹ ਨਗਰ ਨਹੀਂ ਹੈ। ਪੁਰ ਤੇ ਬਰ ਜੋ ਡਰ ਦੇ ਔਰ ਕੋ ਮੁਝ, ਜਦੋਂ ਮਹਾਰਾਜ ਜੀ ਨੇ ਬਚਨ ਕਹੇ ਤੇ ਅੱਗੋਂ ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਮੈਨੂੰ ਜਾਣ ਤੋਂ ਵਰਜ ਦਿਓ ਡਰਾ ਕੇ, ਮਹਾਰਾਜ ਮੈਨੂੰ ਡਰਾਵਾ ਦਿੰਦੇ ਹੋ ਤੇ ਡਰਾ ਕੇ ਮੈਨੂੰ ਰੋਕਦੇ ਹੋ, ਵਰਜਦੇ ਹੋ। ਨਾ ਬਾਰੇ ਆਪ ਕਹੂੰ ਕੁਛ ਖਵਾਹਾ, ਮਹਾਰਾਜ ਸੱਚੇ ਪਾਤਸ਼ਾਹ ਨਾ ਤੁਸੀਂ ਆਪ ਛਕਾਉਂਦੇ ਹੋ ਕੁਝ, ਆਪ ਇੱਥੇ ਭੁੱਖੇ ਲਈ ਫਿਰਦੇ ਹੋ। ਜੇ ਨਗਰ ਹੈ ਕੋਲ ਤੇ ਉੱਥੇ ਮੈਂ ਜਾਣ ਨੂੰ ਕਹਿਣਾ ਤੇ ਮੈਨੂੰ ਡਰਾਈ ਜਾਂਦੇ ਹੋ ਵੀ ਇਹ ਤੇਰੇ ਲਾਇਕ ਨਹੀਂ ਹੈ, ਦੁਖਦਾਈ ਥਾਂ ਹੈ।
ਮਹਾਰਾਜ ਆਮ ਨਗਰਾਂ ਵਰਗਾ ਨਗਰ ਹੀ ਹੈ, ਬੰਦਿਆਂ ਵਰਗੇ ਬੰਦੇ ਫਿਰਦੇ ਆ ਇੱਥੇ ਮਹਾਰਾਜ। ਹਾਂ ਇਹ ਗੱਲ ਵੱਖਰੀ ਆ ਵੀ ਇਹਨਾਂ ਨੇ ਕੱਪੜੇ ਹੋਰ ਤਰ੍ਹਾਂ ਦੇ ਪਾਏ ਐ, ਹੈਣ ਤਾਂ ਮਹਾਰਾਜ ਬੰਦੇ ਹੀ ਨੇ ਨਾ। ਤੇ ਸਤਿਗੁਰੂ ਜੀ ਮੈਨੂੰ ਡਰਾਈ ਜਾਂਦੇ ਹੋ, ਅੰਦਰ ਜਾਣ ਤੋਂ ਰੋਕਦੇ ਹੋ, ਨਾ ਹੀ ਆਪ ਕੁਝ ਛਕਾਉਂਦੇ ਹੋ। ਕਰ ਆਏ ਆਹਾਰ ਨਾਹੀ ਕਰੋ ਨਾ ਕਰ। ਮਹਾਰਾਜ ਜੀ ਨਾ ਤੁਸੀਂ ਇੱਥੇ ਬੈਠਿਆਂ ਹੱਥ 'ਚ ਥੋੜੀ ਪ੍ਰਸ਼ਾਦਾ ਆ ਜਾਣਾ ਜੇ ਜਾ ਕੇ ਹਿੰਮਤ ਹੀ ਨਾ ਕਰਾਂਗੇ। ਨਗਰ ਵਿੱਚ ਤਾਂ ਜਾਣਾ ਪਵੇਗਾ, ਕਿਸੇ ਨਾਲ ਗੱਲਬਾਤ ਕਰਨੀ ਪਵੇਗੀ, ਕਹਿਣਾ ਪਵੇਗਾ, ਤਾਂ ਹੀ ਦੋ ਪ੍ਰਸ਼ਾਦੇ ਮਿਲਣਗੇ ਛਕਣ ਨੂੰ। ਇੱਥੇ ਬੈਠਿਆਂ ਮਹਾਰਾਜ ਜੀ ਹੱਥ ਵਿੱਚ ਰੋਟੀ ਥੋੜੀ ਆ ਜਾਣੀ ਹੈ। ਕਿਉਂ ਕਰ ਬਾਹਰ ਮੇ ਨਿਰਬਾਹ। ਮਹਾਰਾਜ ਏਦਾਂ ਇੱਥੇ ਬਾਹਰ ਬੈਠਿਆਂ ਕਿਵੇਂ ਨਿਰਬਾਹ ਹੋਵੇਗਾ? ਤੁਹਾਨੂੰ ਤਾਂ ਭੁੱਖ ਨਹੀਂ ਲੱਗਦੀ, ਤੁਸੀਂ ਉਹ ਪੌਣਹਾਰੀ, ਪਰ ਮਹਾਰਾਜ ਮੈਨੂੰ ਤਾਂ ਭੁੱਖ ਲੱਗਦੀ ਆ, ਮੈਂ ਤੁਹਾਡੇ ਨਾਲ ਇੱਥੇ ਬੈਠਿਆਂ ਕੀ ਨਿਰਬਾਹ ਕਰਾਂਗਾ। ਬਿਨ ਭੋਜਨ ਤੇ ਤਨ ਹਾਨ ਬਨੇ। ਮਹਾਰਾਜ ਭੋਜਨ ਤੋਂ ਬਿਨਾਂ ਇਹ ਤਨ ਦੀ ਹਾਨੀ ਹੁੰਦੀ ਹੈ, ਇਹ ਸਰੀਰ ਦਾ ਨੁਕਸਾਨ ਹੁੰਦਾ ਹੈ, ਮੇਰਾ ਸਰੀਰ ਜੀਰਨ ਹੋ ਰਿਹਾ ਹੈ। ਹਟ ਕੋ ਲਗ ਹੋ ਕਰ ਹੋ ਮਨ ਮਹਾ। ਮਹਾਰਾਜ ਜੀ ਕਿੰਨਾ ਕੁ ਚਿਰ ਹੱਠ ਕਰਾਂਗੇ? ਆਖਰਕਾਰ ਇਹ ਵੀ ਸਾਡੇ ਤ੍ਰੈ-ਮਣ ਦੇਹਰੀ ਹੈ, ਪਰਮੇਸ਼ਰ ਨੇ ਬਣਾਈ, ਇਹ ਵੀ ਅੰਨ ਪਾਣੀ ਦੇ ਆਸਰੇ ਚੱਲਦੀ ਹੈ। ਮਹਾਰਾਜ ਕਿੰਨਾ ਕੁ ਚਿਰ ਹੱਠ ਕਰਕੇ ਭੁੱਖੇ ਰਹਾਂਗਾ? ਅਬ ਦੇਹੋ ਰਜਾਏ ਕੋ ਜਾਏ ਕਹਿ ਜਾਏ ਕੋ। ਅੱਗੇ ਕਈ ਦਿਨ ਬੀਤ ਗਿਆ, ਭੋਜਨ ਨਹੀਂ ਮਿਲਿਆ ਛਕਣ ਨੂੰ। ਹੁਣ ਜੇ ਕੋਈ ਪਿੰਡ ਆਇਆ, ਪਹਿਲਾਂ ਤਾਂ ਮਹਾਰਾਜ ਕਈ ਦਿਨ ਜੰਗਲਾਂ 'ਚ ਲਈ ਫਿਰੇ, ਜੰਗਲਾਂ ਵਿੱਚ ਕੋਈ ਪਿੰਡ ਨਜ਼ਰ ਨਹੀਂ ਸੀ ਆਉਂਦਾ, ਮੈਂ ਆਖਿਆ ਹੀ ਨਹੀਂ ਤੁਹਾਨੂੰ। ਹੁਣ ਜੇ ਪਿੰਡ ਆਇਆ ਤੇ ਉੱਥੇ ਨਹੀਂ ਜਾਣ ਦਿੰਦੇ। ਸਤਿਗੁਰੂ ਜੀ ਕਿਰਪਾ ਕਰੋ, ਆਗਿਆ ਦਿਓ, ਮੈਂ ਤਾਂ ਜਾਣਾ ਹੀ ਜਾਣਾ। ਜਾਵਾਂਗਾ, ਜਾ ਕੇ ਦੋ ਪ੍ਰਸ਼ਾਦੇ ਛਕਾਂਗਾ। ਭੁੱਖ ਦਾ ਵੀ ਤਾਂ ਦੁੱਖ ਹੈ ਨਾ, ਉੱਥੇ ਜਾ ਕੇ ਹੋਰ ਕਿਹੜਾ ਦੁੱਖ ਲੱਗ ਜਾਏਗਾ? ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਇੱਥੇ ਵੀ ਕਿਹੜਾ ਸੁਖੀ ਬੈਠਾ, ਇੱਥੇ ਵੀ ਤਾਂ ਭੁੱਖ ਦਾ ਦੁੱਖ ਹੈ ਡਾਢਾ। ਤੇ ਤੁਸੀਂ ਕਹਿੰਦੇ ਹੋ ਨਗਰ ਵਿੱਚ ਵੀ ਦੁੱਖ ਵਿਆਪੇਗਾ, ਤਾਂ ਮਹਾਰਾਜ ਇੱਕ ਦੁੱਖ ਤਾਂ ਕੱਟਿਆ ਜਾਏਗਾ ਨਾ ਜੇ ਦੂਜਾ ਕੋਈ ਵਿਆਪੇਗਾ। ਉਹ ਅਗਲਾ ਦੁੱਖ ਖਬਰੇ ਆਵਣਾ ਕਿ ਨਹੀਂ ਆਵਣਾ, ਹੈ ਜਿਹੜਾ ਪਹਿਲਾਂ ਆਇਆ ਹੋਇਆ ਇਹਨੂੰ ਦੂਰ ਕਰਨ ਵਾਸਤੇ ਤਾਂ ਮੈਨੂੰ ਜਾਣ ਦਿਓ। ਖਾਏ ਆਘਾਏ ਆਵੋ ਤੁਮ ਪਾਹਾ। ਮਹਾਰਾਜ ਮੈਂ ਜਾ ਕੇ, ਮੈਂ ਕਿਹੜਾ ਉੱਥੇ ਦੇਰੀ ਲਾਣੀ ਹੈ, ਜਾ ਕੇ ਪ੍ਰਸ਼ਾਦਾ ਛਕਾਂਗਾ, ਰੱਜ ਕੇ ਤ੍ਰਿਪਤ ਹੋ ਕੇ ਤੁਹਾਡੇ ਕੋਲ ਆ ਜਾਵਾਂਗਾ। ਨਾਨਕ ਤਾਂ ਮਨ ਕੀ ਮਨ ਜਾਨ। ਸਤਿਗੁਰੂ ਜੀ ਨੇ ਭਾਈ ਮਰਦਾਨੇ ਦੇ ਮਨ ਦੀ ਜਾਣ ਲਈ ਵੀ ਇਹਨੇ ਰੁਕਣਾ ਨਹੀਂ। ਸੋ ਆਨਨ ਬੈਨ ਪਾਨੇ ਮੁਸਕਾਨੇ। ਮੁਸਕਰਾ ਕੇ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਤੀਰ ਸਰੀਰ ਤਾਰੇ ਨਹਿ ਤੂੰ। ਮਹਾਰਾਜ ਜੀ ਕਹਿੰਦੇ ਮਰਦਾਨਿਆ ਤੂੰ ਧੀਰਜ ਨਹੀਂ ਰੱਖਦਾ ਸਰੀਰ ਚ, ਤੂੰ ਹੌਸਲਾ ਨਹੀਂ ਕਰਦਾ, ਕਾਹਲੀ ਕਰਦਾ। ਪੁਰ ਮੈਂ ਬਾਰ ਹੇਰੋਂ ਜਾ ਮਰਦਾਨੇ। ਜਾਂ ਫਿਰ ਜੇ ਨਹੀਂ ਮੰਨਦਾ ਤੇ ਵੇਖ ਲੈ ਜਾ ਕੇ ਨਗਰ ਵਿੱਚ, ਆਪ ਜਾ ਕੇ ਵੜ ਕੇ ਵੇਖਿਆ ਨਗਰ ਨੂੰ। ਮਹਾਰਾਜ ਜੀ ਨੇ ਬਚਨ ਕਹਿ ਦਿੱਤਾ, ਬਚਨ ਦੇ ਵਿੱਚ ਬਚਨ ਹੈ ਵੀ ਨਹੀਂ ਮੰਨਦਾ ਤੇ ਜਾ ਫਿਰ ਵੇਖ ਲੈ ਨਗਰ ਵਿੱਚ ਜਾ ਕੇ। ਤੋ ਔਰ ਹੇਰਨ ਚਾਹ ਰਹੇ। ਤੇਰੇ ਮਨ ਦੇ ਵਿੱਚ ਵੇਖਣ ਦੀ ਚਾਹ ਨਾ ਰਹਿ ਜੇ ਵੀ ਮੈਂ ਇਹ ਨਗਰ ਨਹੀਂ ਵੇਖਿਆ। ਨੈ ਖਾਓ ਆਹਾਰ ਆਹੇ ਲਲਚਾਨੇ। ਤੇ ਜਿਹੜੇ ਲਾਲਚ ਵਸ ਹੋ ਕੇ ਚੱਲਿਆ ਵੀ ਪ੍ਰਸ਼ਾਦਾ ਮਿਲੇਗਾ, ਉਹ ਨਹੀਂ ਜੇ ਮਿਲਣਾ ਤੈਨੂੰ। ਜਾ ਕੇ ਜਾ, ਚਲਾ ਜਾ, ਕਿਤੇ ਤੇਰੇ ਮਨ ਦੀ ਇੱਛਾ ਨਾ ਰਹਿ ਜੇ ਵੀ ਮੈਂ ਨਗਰ ਨਹੀਂ ਵੇਖਿਆ। ਜਾ ਵੇਖ ਲੈ ਨਗਰ, ਨਹੀਂ ਮੰਨਦਾ ਤੇ ਜਾ ਫਿਰ ਵੇਖ ਲੈ। ਇਹਦੇ ਵਿੱਚ ਬੜੇ ਗੁੱਝੇ ਭੇਦ ਨੇ, ਨਹੀਂ ਮੰਨਦਾ ਤੇ ਫਿਰ ਵੇਖ ਲੈ, ਯਾਨੀ ਕਿ ਤੇਰੇ ਲਈ ਦੁਖਦਾਈ ਹੋਵੇਗਾ ਉਹ ਨਗਰ। ਸ਼੍ਰੋਨਨ ਯੋ ਸੁਨ ਕੀਨ ਪਿਆਨ। ਭਾਈ ਮਰਦਾਨਾ ਜੀ ਨੇ ਵੇਖਿਆ ਵੀ ਗੁਰੂ ਸਾਹਿਬ ਨੇ ਆਗਿਆ ਦੇ ਦਿੱਤੀ ਜਾਣ ਦੀ, ਕਿ ਸਤਿਗੁਰੂ ਕਹਿੰਦੇ ਜਾ ਜਾ ਕੇ ਵੇਖ ਲੈ। ਅਸਲੀ ਭੇਦ ਨਹੀਂ ਸਮਝਿਆ, ਮਹਾਰਾਜ ਜੀ ਦੇ ਬਚਨਾਂ ਦੀ ਰਮਜ ਨਹੀਂ ਸਮਝੀ। ਅਜਾਨ ਨਾ ਜਾਨੀ ਜੋ ਬੈਨ ਬਖਾਨੇ। ਚੱਲ ਪਏ ਤੇ ਸਤਿਗੁਰੂ ਜੀ ਦੇ ਜਿਹੜੇ ਕਹੇ ਬਚਨ ਸਨ ਉਹ ਬਚਨਾਂ ਨੂੰ ਨਹੀਂ ਵਿਚਾਰਿਆ। ਉਰ ਮੈਂ ਬਾਰ ਕੈ ਉਰ ਮੈਂ ਹਰ ਖਾਬਾਰ। ਭਾਈ ਮਰਦਾਨਾ ਜੀ ਨਗਰ ਵਿੱਚ ਗਏ ਤੇ ਨਗਰ ਦੇ ਵੱਡੇ ਵੱਡੇ ਬਾਜ਼ਾਰ ਵੇਖੇ, ਗਲੀਆਂ ਵੇਖੀਆਂ, ਵੇਖ ਕੇ ਬੜੇ ਖੁਸ਼ ਹੋਏ। ਹੀਰਤ ਨਾਰਨ ਰੂਪੇ ਆਪਾਰੇ। ਬਹੁਤੀਆਂ ਇਸਤਰੀਆਂ ਹੀ ਨਜ਼ਰ ਆਉਂਦੀਆਂ ਸੀ, ਤ੍ਰਿਆ ਰਾਜ ਸੀ ਨਾ ਉੱਥੇ, ਤੋ ਤ੍ਰਿਆ ਰਾਜ ਹੋਣ ਕਰਕੇ ਇਸਤਰੀਆਂ ਬਹੁਤੀਆਂ ਦਿਸਦੀਆਂ ਸਨ। ਤਰੁ ਪਾਤਰ ਮੂਲ ਉਖਾਰਨ ਕੋ। ਉਹ ਇਹੋ ਜੀਆਂ ਜਾਦੂਗਰਨੀਆਂ ਇਸਤਰੀਆਂ ਨੇ
ਕਿ ਜਿਹੜੀਆਂ ਦਰਖਤ ਰੂਪੀ ਪੱਤਿਆਂ ਦੇ ਸਮੇਤ ਦਰਖਤਾਂ ਨੂੰ ਪੁੱਟਣ ਵਾਸਤੇ ਕਰਨੀ ਸੀ ਆਹੇ ਵੀ ਵਿਚਾਰ ਬਿਹਾਰੇ। ਇਹ ਹਾਥੀ ਦੇ ਹੱਥਣੀਆਂ ਦੇ ਸਮਾਨ ਨੇ। ਜਿਵੇਂ ਕੋਈ ਹੱਥਣੀ ਕਿਸੇ ਦਰਖਤ ਨੂੰ ਪੁੱਟ ਸੁੱਟਦੀ ਹੈ, ਏਦਾਂ ਇਹ ਵੱਡੇ ਵੱਡੇ ਲੋਕਾਂ ਨੂੰ ਆਪਣੇ ਜਾਦੂ ਨਾਲ ਵਸ ਕਰ ਲੈਂਦੀਆਂ ਸਨ। ਸਿਰ ਬਾਰ ਸਵਾਰ ਕੈ ਅੰਜਨ ਡਾਰ। ਇਹ ਵਿਭਚਾਰਣੀਆਂ ਇਸਤਰੀਆਂ ਨੇ ਬਹੁਤੀਆਂ, ਜਿਹੜੀਆਂ ਇੱਥੇ ਰਹਿੰਦੀਆਂ ਨੇ, ਵਿਭਚਾਰ ਭੋਗਦੀਆਂ ਨੇ। ਸੋਹਣੇ ਸਰੂਪ ਬਣਾਏ ਇਹਨਾਂ ਨੇ, ਸਿਰਾਂ ਦੇ ਵਾਲ ਵਾਹੇ ਹੋਏ ਨੇ, ਅੱਖਾਂ ਦੇ ਵਿੱਚ ਅੰਜਨ ਕੱਜਲ ਵਗੈਰਾ ਜਿਹੜਾ ਉਹ ਪਾਇਆ ਹੋਇਆ ਹੈ। ਸ਼ਿੰਗਾਰ ਸੁਧਾਰ ਕਟਾਛ ਨਿਹਾਰੇ। ਬੜੇ ਸੋਹਣੇ ਸ਼ਿੰਗਾਰ ਸਰੀਰ ਤੇ ਕੀਤੇ ਹੋਏ ਨੇ ਇਹਨਾਂ ਨੇ, ਤੇ ਨਿਗਾਹ ਮਾਰ ਕੇ ਵੇਖਦੀਆਂ ਹਨ। ਨਰ ਜੋ ਪਰਦੇਸੀ ਕਰੇ ਪਰਵੇਸ਼। ਜਦੋਂ ਕੋਈ ਪਰਦੇਸੀ ਬੰਦਾ, ਕੋਈ ਪਰਦੇਸੀ ਨਰ ਉਹ ਇਹਨਾਂ ਦੇ ਨਗਰ ਦੇ ਵਿੱਚ ਪ੍ਰਵੇਸ਼ ਕਰਦਾ ਤੇ ਬੜੇ ਧਿਆਨ ਨਾਲ ਵੇਖਦੀਆਂ ਨੇ। ਬਸੀ ਕਰ ਲੇਤ ਹੈ ਮੰਤਰ ਉਚਾਰੇ। ਔਰ ਉਹਦੇ ਤੇ ਆਪਣਾ ਮੰਤਰ ਪੜ੍ਹ ਕੇ ਇਹੋ ਜਿਹਾ ਟੂਣਾ ਕਰਦੀਆਂ, ਇਹੋ ਜਿਹਾ ਜਾਦੂ ਕਰਦੀਆਂ ਨੇ ਕਿ ਉਹਨਾਂ ਨੂੰ ਆਪਣੇ ਵਸ ਵਿੱਚ ਕਰ ਲੈਂਦੀਆਂ ਹਨ। ਦੋਹਰਾ ਰਮਤ ਪੁਰਖ ਸੋ ਥਕਤ ਨੇ ਅਸ ਕੁਲਟਾ ਤੈ ਨਾਰ। ਇਹੋ ਜੀਆਂ ਕੁਲੱਖਣੀਆਂ ਕੁਲਟਾ ਇਸਤਰੀਆਂ ਹਨ ਵਿਭਚਾਰਣੀਆਂ ਕਿ ਵਿਭਚਾਰ ਭੋਗਦੀਆਂ ਨਹੀਂ ਥੱਕਦੀਆਂ। ਪਤ ਕੋ ਰਾਖੇ ਸਬਸ ਕਰ ਆਪ ਕਰੇ ਵਿਭਚਾਰ। ਔਰ ਆਪਣੇ ਪਤੀਆਂ ਨੂੰ ਵੀ ਇਹਨਾਂ ਨੇ ਧੂਰ ਕੇ ਤੇ ਉਹਨਾਂ ਨੂੰ ਵਸ ਕੀਤਾ ਹੋਇਆ, ਤੇ ਆਪ ਆਪਣੇ ਕਰੈਕਟਰਾਂ ਤੋਂ, ਕਿਰਦਾਰਾਂ ਤੋਂ ਡਿੱਗੀਆਂ ਵਿਭਚਾਰ ਭੋਗਦੀਆਂ ਨੇ। ਇਹੋ ਜੀਆਂ ਇਸਤਰੀਆਂ ਸਨ। ਕਬਿਤ ਜਬ ਮਰਦਾਨਾਪੁਰ ਮਦ ਮੈਂ ਪਿਆਨਾ। ਕਹਿੰਦੇ ਜਦੋਂ ਭਾਈ ਸਾਹਿਬ ਭਾਈ ਮਰਦਾਨਾ ਜੀ ਇਸ ਨਗਰ ਦੇ ਵਿੱਚ ਆਏ, ਤਬ ਗਇਓ ਇੱਕ ਥਾਨ ਇਤ ਲੈਨ ਕੇ ਆਹਾਰਿਆ। ਭਾਈ ਸਾਹਿਬ ਭਾਈ ਮਰਦਾਨਾ ਜੀ ਆਪਣੀ ਮੌਜ ਵਿੱਚ ਸਤ ਕਰਤਾਰ ਕਹਿੰਦੇ ਜਾ ਰਹੇ ਹੈ। ਇੱਕ ਘਰ ਦੇ ਕੋਲ ਗਏ, ਉਸ ਘਰ ਕੋਲ ਭੋਜਨ ਮੰਗਣ ਵਾਸਤੇ ਪਹੁੰਚੇ। ਬੈਸੀ ਚਾਰੂ ਨਾਰ ਚਾਰੂ ਨੈਣ ਸੋ ਨਿਹਾਰੇਸ। ਉੱਥੇ 4 ਇਸਤਰੀਆਂ ਇਕੱਠੀਆਂ ਹੋ ਕੇ ਬੈਠੀਆਂ ਹੋਈਆਂ। ਉਹਨਾਂ ਜਦੋਂ ਭਾਈ ਮਰਦਾਨੇ ਵੱਲ ਵੇਖਿਆ ਵੀ ਇਹ ਕੋਈ ਵਿਦੇਸ਼ੀ ਨਰ ਜਾਪਦਾ, ਸਾਡੇ ਦੇਸ਼ ਦਾ ਨਹੀਂ ਹੈ, ਉਹਨਾਂ ਨੇ ਧਿਆਨ ਨਾਲ ਵੇਖਿਆ। ਬਚਨ ਪਰਸ ਪਰ ਬਿਦਦ ਉਚਾਰਿਆ। ਭਾਈ ਸਾਹਿਬ ਭਾਈ ਮਰਦਾਨਾ ਜੀ ਬੜੇ ਸੋਹਣੇ ਸਵਰੂਪ ਸਨ, ਉੱਚਾ ਲੰਮਾ ਕੱਦ ਸੀ, ਵਿਸ਼ਾਲ ਸਰੀਰ ਸੀ ਭਾਈ ਮਰਦਾਨਾ ਜੀ ਦਾ। ਉਹਨਾਂ 4 ਇਸਤਰੀਆਂ ਨੇ ਭਾਈ ਮਰਦਾਨੇ ਵੱਲ ਵੇਖਿਆ ਤੇ ਆਪਸ ਵਿੱਚ ਆਪਣੀ ਬੋਲੀ ਵਿੱਚ, ਜਿਹੜੀ ਉੱਥੋਂ ਦੀ ਬੋਲੀ ਆ ਕਾਮਰੂ ਦੇਸ਼ ਦੀ, ਉਹ ਆਪਣੀ ਬੋਲੀ 'ਚ ਗੱਲਾਂ ਕਰਦੀਆਂ ਹਨ। ਇੱਕ ਕਹੇ ਮੋਰੋ ਇਹ, ਦੂਜੀ ਕਹੇ ਮੀਤ ਮੋਏ। ਇੱਕ ਕਹਿਣ ਲੱਗੀ ਵੀ ਇਹ ਮੇਰਾ ਸ਼ਿਕਾਰ ਹੈ, ਤੇ ਦੂਜੀ ਕਹਿੰਦੀ ਨਾ ਜੀ ਇਹ ਮੇਰਾ ਮਿੱਤਰ ਹੈ। ਤੀਜੀ ਕਹੇ ਪੂਰਬ ਮੈਂ ਤੁਮ ਤੇ ਨਿਹਾਰਿਆ। ਤੀਜੀ ਕਹਿੰਦੀ ਤੁਹਾਡਾ ਨਹੀਂ ਇਹਦੇ ਤੇ ਕੋਈ ਵਸ, ਤੁਹਾਡੇ ਤੋਂ ਪਹਿਲਾਂ ਮੈਂ ਇਹਨੂੰ ਵੇਖਿਆ, ਮੇਰਾ ਇਹਦੇ ਤੇ ਹੱਕ ਹੈ। ਚੌਥੀ ਉੱਠ ਤਾਤਕਾਲ ਤੰਤ ਗੇਰ ਗਰੀਬ ਮਾਏ। ਉਹ ਤਿੰਨੇ ਹਲੇ ਆਪਸ ਵਿੱਚ ਬਹਿਸ ਹੀ ਕਰੀ ਜਾਂਦੀਆਂ ਸੀ ਕਿ ਇੰਨੇ ਨੂੰ ਜਿਹੜੀ ਚੌਥੀ ਸੀ ਉਹ ਗਈ ਭੱਜ ਕੇ, ਉਹਦੇ ਹੱਥ ਵਿੱਚ ਇੱਕ ਧਾਗਾ ਜਿਹਾ ਸੀ, ਰੱਸੀ ਜੀ, ਉਹ ਜਾ ਕੇ ਉਹਨੇ ਭਾਈ ਮਰਦਾਨਾ ਜੀ ਦੇ ਕੰਠ 'ਚ ਪਾ ਲਈ। ਲੀਨੋ ਕਰ ਮੇਡਾ ਦਾਮ ਦੀਨ ਗਰ ਡਾਰਿਆ। ਔਰ ਗਲ 'ਚ ਪਾ ਕੇ ਰੱਸੀ ਭਾਈ ਮਰਦਾਨੇ ਨੂੰ ਮਹਿੰਡਾ ਬਣਾ ਲਿਆ, ਜਿਹਨੂੰ ਆਪਾਂ ਭੇਡੂ ਕਹਿੰਦੇ ਆ। ਏਦਾਂ ਦਾ ਕਹਿੰਦੇ ਧੂਰਤ ਜਾਂ ਜਾਦੂ ਜਿਹਾ ਕਰਕੇ ਭਾਈ ਮਰਦਾਨੇ ਨੂੰ ਕਾਬੂ ਕਰ ਲਿਆ। ਸਵਈਆ ਮਾਨਵ ਦੇਹ ਗਈ ਪਲਟੀ, ਤਬ ਇੰਡਕ ਰੂਪ ਸੋ ਦੀਸਨ ਲਾਗਾ। ਭਾਈ ਮਰਦਾਨੇ ਦੀ ਦੇਹ ਜਿਹੜੀ ਸੀ ਸਰੀਰ ਮਨੁੱਖ ਦੀ, ਉਹਨਾਂ ਨੂੰ ਉਹ ਨਹੀਂ ਨਜ਼ਰ ਆ ਰਹੀ। ਹੁਣ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਆਪਣੀ ਜਿਹੜੀ ਦੇਹ ਹੈ ਉਹ ਇੰਡਕ ਕਹਿੰਦੇ ਆ, ਭੇਡੂ ਦੀ ਜਿਹੜੀ ਆ ਉਹ ਨਜ਼ਰ ਆਉਂਦੀ ਹੈ। ਏਦਾਂ ਮਿੰਡੇ ਦੇ ਸਰੀਰ ਦੇ ਵਿੱਚ ਨਜ਼ਰ ਆਉਂਦੇ ਹਨ। ਗਰੀਬ ਮੈਂ ਗੇਰ ਕੈ ਦਾਮਨ ਬੰਧਨ, ਬਾਂਧ ਦੇ ਓ ਕਿਲ ਕੰਜਿਨ ਪਾਗਾ। ਜਿਹੜੀ ਗਲ 'ਚ ਰੱਸੀ ਪਾਈ ਸੀ ਮਰਦਾਨਾ ਜੀ ਦੇ ਕੰਠ ਦੇ ਵਿੱਚ, ਉਹ ਇਹਨੇ ਲਾਗੇ ਇੱਕ ਕਿੱਲੀ ਸੀ, ਇਸਤਰੀ ਨੇ ਉੱਥੇ ਬੰਨ੍ਹ ਦਿੱਤੀ ਵੀ ਕਿਤੇ ਭੱਜ ਨਾ ਜਾਏ, ਨੱਠ ਨਾ ਜਾਏ। ਰੂਪੇ ਤੇ ਸੋ ਕਾ ਰੂਪ ਪਇਓ,
ਪੁਨ ਮਾਰਤ ਨਾਸਨ ਸੋ ਫੋਰੜਾਗਾ। ਕਹਿੰਦੇ ਸੋਹਣੇ ਸਰੂਪ ਤੋਂ ਇੱਕਦਮ ਭਾਈ ਮਰਦਾਨਾ ਜੀ ਕਰੂਪ ਹੋ ਗਏ, ਨਾਸਕਾ ਦੇ ਨਾਲ ਫੁਰੜਾਉਂਦੇ ਐ, ਪਰ ਹਿਰਦੇ ਵਿੱਚ ਸੋਝੀ ਹੈ। ਸਰੀਰ ਉਹਨਾਂ ਨੂੰ ਨਜ਼ਰ ਆਉਂਦਾ ਹੈ ਵੀ ਮਹਿੰਡੇ ਦਾ ਹੋ ਗਿਆ, ਪਰ ਸਤਿਗੁਰਾਂ ਦਾ ਸਿਮਰਨ ਭਜਨ ਕਰਦੇ ਆ, ਇਸ ਕਰਕੇ ਹਿਰਦੇ 'ਚ ਸੋਝੀ ਹੈ ਕਿ ਮੈਂ ਮਰਦਾਨਾ ਆ ਔਰ ਸਤਿਗੁਰਾਂ ਦਾ ਸੇਵਕ ਆ। ਆਮ ਕਰਕੇ ਜਦੋਂ ਇਦਾਂ ਦਾ ਕਿਸੇ ਤੇ ਜਾਦੂ ਹੁੰਦਾ ਹੈ, ਖਾਲਸਾ ਜੀ ਇਹਨੂੰ ਮੈਸਮਰਿਕ ਪ੍ਰਭਾਵ ਕਹਿੰਦੇ ਆ, ਮੈਸਰਿਜ਼ਮ ਕਹਿ ਦਿੰਦੇ ਆ, ਵੀ ਜਾਦੂ ਕਰਕੇ ਉਹਨੂੰ ਇਦਾਂ ਪ੍ਰਤੀਤ ਕਰਾਉਣਾ ਵੀ ਬੰਦਾ ਹੋ ਕੇ ਵੀ ਆਪਣੇ ਆਪ ਨੂੰ ਕੋਈ ਨਾ ਕੋਈ ਜਾਨਵਰ ਸਮਝ ਲੈਂਦਾ ਹੈ, ਪਸ਼ੂ ਸਮਝ ਲੈਂਦਾ, ਉਦਾਂ ਦਾ ਉਹਦੇ ਤੇ ਪ੍ਰਭਾਵ ਪਾ ਲੈਂਦੇ ਆ। ਪਰ ਉਹਨਾਂ ਨੂੰ ਚੇਤਾ ਨਹੀਂ ਹੁੰਦਾ, ਸਿਮਰਤੀ ਉਹਨਾਂ ਨੂੰ ਭੁੱਲ ਜਾਂਦੀ ਹੈ ਵੀ ਅਸੀਂ ਕੀ ਹਾਂ। ਪਰ ਭਾਈ ਮਰਦਾਨਾ ਜੀ ਦਾ ਹਿਰਦਾ ਸ਼ੁੱਧ ਹੈ, ਸਤਿਗੁਰਾਂ ਦਾ ਸਿਮਰਨ ਕਰਦੇ ਆ, ਭਜਨ ਕਰਦੇ, ਇਸ ਕਰਕੇ ਹਿਰਦੇ 'ਚ ਉਹਨਾਂ ਨੂੰ ਸੋਝੀ ਹੈ। ਬਾਹਰੋਂ ਸਰੀਰ ਜਿਹੜਾ ਉਹਨਾਂ ਦਾ ਜ਼ਰੂਰ ਕਰੂਪ ਹੋ ਗਿਆ। ਜਾਣਤ ਹੈ ਮਨ ਮੈਂ ਸਭ ਹੀ ਸੁਧ ਜੋਰ ਚਲੇ ਨਹਿ ਬੰਦ ਜੇ ਤਿਆਗਾ। ਮਨ ਵਿੱਚ ਸਭ ਕੁਝ ਜਾਣਦੇ ਆ, ਪਰ ਜ਼ੋਰ ਨਹੀਂ ਪਿਆ ਚੱਲਦਾ, ਰੱਸੀ ਬੱਧੀ ਹੋਈ ਹੈ। ਸਰੀਰ ਏਦਾਂ ਉਹਨਾਂ ਨੂੰ ਆਪਣਾ ਨਜ਼ਰ ਹੀ ਆ ਰਿਹਾ ਜਿਵੇਂ ਮਹਿੰਡੇ ਦਾ ਹੁੰਦਾ ਹੈ। ਇਸ ਕਰਕੇ ਮਨ 'ਚ ਸਭ ਕੁਝ ਜਾਣਦੇ ਆ, ਪਰ ਕੁਝ ਜ਼ੋਰ ਨਹੀਂ ਚੱਲਦਾ, ਉਸ ਬੰਧਨ ਨੂੰ ਛੱਡ ਨਹੀਂ ਸਕਦੇ ਜਿਹੜਾ ਪਾਇਆ ਹੋਇਆ। ਪੂਰਬੀ ਸੂਰਤ ਹੈ ਔਰ ਮੈਂ, ਹਿਰਦੇ ਵਿੱਚ ਭਾਈ ਮਰਦਾਨਾ ਜੀ ਝੂਰਦੇ ਹਨ। ਤੀਏ ਧੂਰਤ ਕੀਨ ਮੈਥੋ ਅਨਜਾਨਾ। ਕਿ ਇਹ ਇਸਤਰੀਆਂ ਤਾਂ ਠੱਗ ਨੇ, ਜਾਦੂਗਰਨੀਆਂ ਨੇ, ਤੇ ਮੈਂ ਇਹਨਾਂ ਨੂੰ ਨਹੀਂ ਸੀ ਜਾਣਿਆ। ਨਾਨਕ ਬੈਨ ਨਾ ਮਾਨੇ ਮਨੰ। ਕਿ ਮੈਂ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਮੈਨੂੰ ਰੋਕਿਆ ਵੀ, ਪਰ ਮੈਂ ਉਹਨਾਂ ਦਾ ਬਚਨ ਨਹੀਂ ਮੰਨਿਆ। ਖਾਲਸਾ ਜੀ, ਭਾਈ ਮਰਦਾਨੇ ਨੂੰ ਭੁੱਖ ਤਾਂ ਹੀ ਲਾਈ ਸੀ ਮੇਰੇ ਸਾਹਿਬ ਨੇ, ਕਿਉਂਕਿ ਖੇਡ ਵਰਤਾਉਣੀ ਸੀ। ਇੱਥੇ ਰਹਿਣ ਵਾਲੀਆਂ ਆਪਣੇ ਕਿਰਦਾਰ ਤੋਂ ਡਿੱਗੀਆਂ ਇਸਤਰੀਆਂ ਨੂੰ ਸੋਝੀ ਦੇਣੀ ਸੀ। ਨੂਰ ਸ਼ਾਹ ਜਾਦੂਗਰਨੀ ਦਾ ਪਾਰ ਉਤਾਰਾ ਸਾਹਿਬਾਂ ਨੇ ਕਰਨਾ ਸੀ। ਉਹਦੇ ਲਈ ਇਹ ਸਾਰੀ ਖੇਡ ਸਤਿਗੁਰਾਂ ਦੀ ਆਪਣੀ ਰਚੀ ਹੋਈ ਹੈ। ਭਾਈ ਮਰਦਾਨਾ ਜੀ ਸੋਚਦੇ ਹੈ ਕਿ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਚਨ ਨਹੀਂ ਮੰਨਿਆ, ਗੁਰਦੇਵ ਨੇ ਮੈਨੂੰ ਰੋਕਿਆ ਸੀ। ਦੁੱਖ ਜਾਂ ਤੇ ਸਰਾਹੋਂ ਆਪਣੇ ਪਾਨਾ। ਮੈਂ ਇਹ ਦੁੱਖ ਆਪਣੇ ਹੱਥੀਂ ਸਹੇੜਿਆ, ਗੁਰੂ ਸਾਹਿਬ ਨੇ ਰੋਕਿਆ ਸੀ, ਪਰ ਮੈਂ ਇਹ ਦੁੱਖ ਆਪ ਆਪਣੇ ਹੱਥੀਂ ਸਹੇੜਿਆ। ਜੋ ਨਹੀਂ ਤੂੰ ਕੋ ਨਾ ਮਾਨਤ ਬੈਨ। ਇਹ ਸੰਸਾਰ ਐਸਾ ਹੈ ਕਿ ਜਿਹੜਾ ਕੋਈ ਆਪਣੇ ਹਿਤੈਸ਼ੀ ਦਾ ਬਚਨ ਨਾ ਮੰਨੇ, ਤੁਹਾਡੇ ਨਾਲ ਕੋਈ ਹਿੱਤ ਕਰਦਾ, ਪ੍ਰੇਮ ਕਰਦਾ, ਤੇ ਤੁਹਾਡੇ ਭਲੇ ਦੀ ਗੱਲ ਕਰੇਗਾ, ਤੇ ਤੁਹਾਡੇ ਨਾਲ ਹਿੱਤ ਕਰਨ ਵਾਲੇ ਦਾ ਜੇ ਕੋਈ ਤੁਸੀਂ ਉਹਦੀ ਕੋਈ ਚੰਗੀ ਗੱਲ ਹੈ ਉਹ ਨਾ ਮੰਨੋਗੇ, ਕੋ ਪ੍ਰਾਪਤ ਹੋਏ ਦੁੱਖ ਮੋਏ ਸਮਾਨਾ। ਭਾਈ ਮਰਦਾਨਾ ਜੀ ਕਹਿੰਦੇ ਫਿਰ ਉਹਨੂੰ ਦੁਖੀ ਹੋਣਾ ਹੀ ਪਵੇਗਾ। ਜੇ ਕੋਈ ਭਲੇ ਦੀ ਗੱਲ ਕਵੇ ਤੇ ਉਹਨੂੰ ਨਾ ਮੰਨੇ, ਤੇ ਹੋਵੇ ਵੀ ਤੁਹਾਡਾ ਹਿਤੈਸ਼ੀ, ਤੁਹਾਡਾ ਹਿਤੂ ਹੋਵੇ, ਤੇ ਉਹਦੀ ਗੱਲ ਤੁਸੀਂ ਨਾ ਮੰਨੋ, ਤੇ ਫਿਰ ਦੁੱਖ ਤਾਂ ਪਾਉਣਾ ਹੀ ਪਵੇਗਾ ਨਾ। ਉਹ ਭਲੇ ਦੀ ਗੱਲ ਕਹੇ ਤੇ ਨਾ ਮੰਨੋ, ਫਿਰ ਏਦਾਂ ਹੀ ਦੁੱਖ ਪਾਉਣਾ ਪੈਂਦਾ। ਦੇਸ਼ ਨਿਕੇਤ ਕਹਾਂ ਹਮਰੋ। ਭਾਈ ਸਾਹਿਬ ਸੋਚਦੇ ਹੋ ਕਿੱਥੇ ਰਾਏ ਭੋਏ ਦੀ ਤਲਵੰਡੀ ਤੇ ਕਿੱਥੇ ਕਾਮਰੂ ਦੇਸ਼, ਕਿੰਨਾ ਲੰਮਾ ਪੈਂਡਾ ਤੈਅ ਕਰਕੇ ਆਇਆ ਇੱਥੇ, ਤੇ ਸੋਚਦੇ ਨੇ ਵੀ ਇੱਥੇ ਮੇਰਾ ਦੇਸ਼ ਤੇ ਮੇਰਾ ਘਰ ਨਹੀਂ ਹੈ ਨੇੜੇ। ਕਿਤ ਆਨ ਫਸਿਓ ਪਰਦੇਸ਼ ਸਥਾਨਾ। ਮੈਂ ਇਸ ਪਰਦੇਸ ਵਿੱਚ ਆ ਕੇ ਕਿੱਥੇ ਫਸ ਗਿਆ, ਇਹ ਤਾਂ ਪਰਦੇਸ਼ ਹੈ, ਇੱਥੇ ਆ ਕੇ ਕਿੱਥੇ ਫਸ ਗਿਆ। ਕੌਣ ਬਤਾਵੇ ਜਾਏ ਆਬੇ ਸੁਧ। ਭਾਈ ਸਾਹਿਬ ਸੋਚਦੇ ਆ ਮਨ ਹੀ ਮਨ ਵੀ ਹੁਣ ਸਤਿਗੁਰਾਂ ਨੂੰ ਕੌਣ ਦੱਸੇਗਾ ਜਾ ਕੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਮੇਰੀ ਇਹ ਜਿਹੜੀ ਦਸ਼ਾ ਹੋਈ ਹੈ, ਇਹਦੇ ਬਾਰੇ ਕੌਣ ਜਾ ਕੇ ਦੱਸੇਗਾ। ਆਨ ਛੋਡਾਵੇ ਮੋ ਪ੍ਰਭ ਜੇਊ। ਹੁਣ ਕੌਣ ਹੈ ਜਿਹੜਾ ਆ ਕੇ ਮੈਨੂੰ ਛਡਾਵੇ। ਸਤਿਗੁਰਾਂ ਦੇ ਕੋਲ ਜਾ ਕੇ ਕੌਣ ਸੁਨੇਹਾ ਦੇਵੇ ਤੇ ਮੇਰੇ ਪ੍ਰਭੂ ਜੀ ਆਉਣ ਤੇ ਆ ਕੇ ਮੈਨੂੰ ਇੱਥੋਂ ਛੁਡਾ ਲੈਣ। ਬੋਲਣ ਕੀ ਸ਼ਕਤੀ ਨਾ ਰਹੀ ਮੁਝ। ਹੁਣ ਬੋਲਣ ਦੀ ਵੀ ਸ਼ਕਤੀ ਨਹੀਂ ਰਹੀ, ਮੂੰਹ ਤੋਂ ਬੋਲ ਨਹੀਂ ਹੁੰਦਾ। ਬੈਨ ਪੁਕਾਰ ਕਹੋ ਕਿ ਕਿਦ ਬਿਦ ਕੇ। ਤੇ ਮੈਂ ਆਪਣੇ ਮੂੰਹੋਂ ਬੋਲ ਬੋਲ ਕੇ ਕਿਵੇਂ ਕਹਾਂ, ਕਿਉਂਕਿ ਮੁੱਖੋਂ ਨਹੀਂ ਬੋਲ ਹੋ ਰਿਹਾ, ਹਿਰਦੇ 'ਚ ਤਾਂ ਮੈਂ ਗੱਲ ਸੋਚ ਰਿਹਾ,
ਪਰ ਮੂੰਹ ਤੋਂ ਚਾਹ ਕੇ ਵੀ ਬੋਲ ਨਹੀਂ ਪਾ ਰਿਹਾ। ਕਿਵੇਂ ਪੁਕਾਰ ਕਰਕੇ ਆਵਾਜ਼ ਮਾਰਾਂ ਸਤਿਗੁਰਾਂ ਨੂੰ? ਕੈਸੇ ਛੋਟੋਂ ਚਿਤ ਵਿੱਚ ਵਿਚਾਰਤ, ਕਿਵੇਂ ਛੋਟਾ ਮੈਂ, ਕਿਵੇਂ ਮੁਕਤ ਹੋਵਾਂ ਚਿੱਤ ਚ ਵਿਚਾਰ ਦੇ ਭਾਈ ਸਾਹਿਬ ਜੀ। ਆਤੁਰ ਤਾਉਰ ਤਾਰਤ ਏਉ, ਹਿਰਦੇ ਵਿੱਚ ਬੜੀ ਵਿਆਕੁਲਤਾ ਤੇ ਬੇਬਲਤਾਈ ਸੋਚਦੇ ਆ, ਵਿਚਾਰਦੇ ਆ। ਜਾਨਤ ਜੋ ਸਭ ਕੇ ਕਾਟੇ ਅੰਤਰ, ਫਿਰ ਸੋਚਦੇ ਬੋਲ ਕੇ ਤੇ ਤਾਂ ਕਿਹਾ ਜਾਵੇ, ਕਿਸੇ ਦੇ ਹੱਥ ਸੁਨੇਹਾ ਤਾਂ ਭੇਜਿਆ ਜਾਵੇ ਜੇ ਸਤਿਗੁਰੂ ਜੀ ਜਾਣਦੇ ਨਾ ਹੋਣ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਭਾਈ ਸਾਹਿਬ ਮਨ ਹੀ ਮਨ ਸੋਚਦੇ ਵੀ ਉਹ ਤਾਂ ਅੰਤਰਜਾਮੀ ਹੈ, ਦਿਲਾਂ ਦੀਆਂ ਬੁੱਝ ਲੈਂਦੇ ਆ, ਹਿਰਦਿਆਂ ਦੀਆਂ ਜਾਣ ਲੈਂਦੇ ਹਨ, ਅੰਤਰਜਾਮੀ ਹਨ। ਤੋ ਅਬ ਸ਼੍ਰੀ ਪ੍ਰਭੇ ਆਨ ਛਟਿਓ, ਤੇ ਕਹਿੰਦੇ ਹੈ ਸਾਹਿਬ ਜੇ ਅੰਤਰਜਾਮੀ ਹੋ, ਮੇਰੇ ਹਿਰਦੇ ਦੀ ਬੁੱਝਦੇ ਹੋ, ਤੇ ਜਾਣੀ ਜਾਣ ਸੁਆਮੀ ਜੀ ਆਓ ਤੇ ਆ ਕੇ ਮੈਨੂੰ ਛੁਡਾ ਲਵੋ। ਦੋਹਰਾ ਏ ਬਿਦ ਉਰ ਮੈਂ ਧਾਰ ਕੈ, ਦੈ ਦਿਸ਼ ਸੋ ਦ੍ਰਿਗ ਦੀਨ। ਏਦਾਂ ਮਨ ਚ ਸੋਚ ਕੇ ਵਿਚਾਰ ਕੇ ਭਾਈ ਮਰਦਾਨਾ ਜੀ ਦਸਾਂ ਦਿਸ਼ਾਵਾਂ ਚ ਸੱਜੇ ਖੱਬੇ ਵੇਖਦੇ ਨੇ। ਆਵਨ ਗੁਰ ਕੋ ਹੇਰਈ, ਪ੍ਰੇਮ ਚਰਨ ਕੋ ਕੀਨ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਪ੍ਰੇਮ ਹਿਰਦੇ ਚ ਵਸਾ ਕੇ ਵੇਖਦੇ ਆ ਵੀ ਇਧਰੋਂ ਆਉਂਦੇ ਨੇ, ਇਧਰੋਂ ਆਉਂਦੇ ਆ, ਚਾਰੇ ਪਾਸੇ ਨਿਗਾਹ ਮਾਰ ਕੇ ਤੱਕਦੇ ਹਨ। ਸਵਈਆ ਦੋਏ ਮਹੂਰਤ ਬੀਤ ਗਏ ਜਦ, ਜਦੋਂ 2 ਘੜੀਆਂ ਬੀਤ ਗਈਆਂ, 24 ਮਿੰਟ ਦਾ, 24 ਮਿੰਟ ਦਾ ਇੱਕ ਮਹੂਰਤ ਹੁੰਦਾ। ਕਹਿੰਦੇ ਜਦੋਂ 2 ਘੜੀਆਂ ਬੀਤ ਗਈਆਂ, ਸ਼੍ਰੀ ਗੁਰ ਬੈਨ ਕਹੇ ਸੁਨ ਬਾਲਾ। ਭਾਈ ਮਰਦਾਨਾ ਜੀ ਵਾਪਸ ਨਹੀਂ ਆਏ ਤੇ ਸਤਿਗੁਰੂ ਜੀ ਭਾਈ ਬਾਲੇ ਨੂੰ ਕਹਿੰਦੇ ਆਨੇ ਤਾਈ ਅਬੇ ਚੱਲ ਕੇ। ਮਹਾਰਾਜ ਜੀ ਕਹਿੰਦੇ ਚੱਲ ਬਾਲਿਆ, ਭਾਈ ਮਰਦਾਨੇ ਨੂੰ ਲੈ ਆਈਏ ਚੱਲ ਕੇ। ਆਇਆ ਨਹੀਂ ਜੇ ਮਰਦਾਨਾ, ਚੱਲ ਚੱਲ ਕੇ ਲੈ ਆਈਏ। ਉਠ ਠਾਂਡ ਪਾਏ ਸੁਖ ਦਾਤਤ ਕਾਲਾ, ਇਹ ਕਹਿ ਕੇ ਸੁਖ ਦਾਤੇ ਸਤਿਗੁਰੂ ਜੀ ਉੱਠ ਕੇ ਖਲੋ ਗਏ। ਹੈ ਕੇ ਥਾਨ ਚਲੇ ਕੇਵ ਆਪ। ਭਾਈ ਬਾਲਾ ਜੀ ਪੁੱਛਦੇ ਮਹਾਰਾਜ ਜੀ ਵੀ ਹੈ ਕਿਹੜੇ ਥਾਂ ਹੋਣਾ ਮਰਦਾਨਾ, ਨਗਰ ਏਡਾ ਵੱਡਾ ਤੇ ਤੁਸੀਂ ਕਿੱਥੇ ਚੱਲੇ ਹੋ? ਇੱਕਦਮ ਅਚਾਨਕ ਕਿਵੇਂ ਚੱਲੇ ਹੋ? ਬਤਾਵੋ ਬੂਝੇ ਮੈਂ ਐਸ ਕਿਰਪਾਲਾ। ਇਹ ਕਿਰਪਾਲੂ ਸਤਿਗੁਰੂ ਜੀ ਅਚਾਨਕ ਆਪ ਜੀ ਉੱਠ ਕੇ ਚੱਲੇ ਹੋ ਕਾਹਲੀ ਨਾਲ, ਵੀ ਕੀ ਗੱਲ ਹੈ? ਮਹਾਰਾਜ ਸੱਚੇ ਪਾਤਸ਼ਾਹ ਜੀ ਮੈਨੂੰ ਦੱਸੋ। ਇਹ ਸੁਣ ਕੇ ਸਤਿਗੁਰੂ ਜੀ ਬੋਲੇ ਇੰਡਕ ਕੀਨ ਪਾਇਓ ਮਨ ਦੀਨ। ਮਹਾਰਾਜ ਜੀ ਕਹਿੰਦੇ ਭਾਈ ਬਾਲਾ ਜੀ, ਭਾਈ ਮਰਦਾਨੇ ਨੂੰ ਨਗਰ ਵਿੱਚ ਜਾਦੂਗਰਨੀਆਂ ਨੇ ਮਹਿੰਡਾ ਬਣਾ ਲਿਆ। ਕੁਮੰਤਰਨ ਸੋ ਤਿੰਨ ਬੰਧਨ ਕਾਲਾ। ਉਹਦੇ ਗਲ 'ਚ ਰੱਸੀ ਪਾ ਕੇ ਖੋਟੇ ਮੰਤਰ ਪੜ੍ਹ ਕੇ ਉਹਨੂੰ ਬੰਨ ਲਿਆ, ਆਪਣੇ ਵੱਸ ਕਰ ਲਿਆ। ਮਰ ਹਰੀ ਛੰਦ ਪਨਹੀ ਬਚ ਬਾਲਾ, ਇਹੂ ਤੈ ਨਾਲ ਚਲੇ ਸੁਨੋ ਕਿਰਪਾ। ਪਨਹੀ ਬਚ ਬਾਲਾ ਇਉ ਤੇ ਨਾਲਾ, ਚਾਹੀਏ ਸੁਨੋ ਕਿਰਪਾਲ। ਭਾਈ ਬਾਲਾ ਜੀ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਇਦਾਂ ਹੀ ਚਾਹੀਦਾ ਸੀ ਮਰਦਾਨੇ ਨਾਲ ਹੋਣਾ। ਹੱਸਦਿਆਂ ਹੋਇਆ ਨਾ ਜਿਵੇਂ ਹਾਸ ਰਸ ਵਿੱਚ, ਮਹਾਰਾਜ ਇਦਾਂ ਹੀ ਚਾਹੀਦਾ ਸੀ ਉਹਦੇ ਨਾਲ ਹੋਣਾ। ਤਬ ਤੁਮਨੇ ਹਟ ਕੇ ਉਹ ਮਨ ਨਾ ਅਟਕਿਓ। ਮਹਾਰਾਜ ਤੁਸੀਂ ਰੋਕਿਆ ਸੀ ਤੇ ਉਹ ਰੁਕਿਆ ਨਹੀਂ। ਸਟਕਿਓ ਪੁਰ ਤਤਕਾਲ, ਤੇ ਕਾਹਲੀ ਨਾਲ ਨਗਰ ਵਿੱਚ ਚਲਾ ਗਿਆ। ਕੋ ਚਿਰ ਦੁਖ ਦੀਜੇ ਮੋਖ ਨ ਕੀਜੇ। ਮਹਾਰਾਜ 2-4 ਘੜੀਆਂ ਹਾਲੇ ਰਹਿਣ ਦੇ ਉਹਨੂੰ ਏਦਾਂ ਬਣਿਆ। ਤੇ ਪਾਤਸ਼ਾਹ ਜੀ ਫਿਰ ਆਪੇ ਜਦੋਂ ਮੋਖ ਨਾ ਦਿਓਗੇ ਤੇ ਆਪੇ ਪਛਤਾਵਾ ਕਰੇਗਾ। ਜਾਣੇ ਤਬ ਮਨ ਮਾਏ, ਫਿਰ ਉਹਨੂੰ ਚੰਗੀ ਤਰ੍ਹਾਂ ਸੋਝੀ ਆ ਜਾਏਗੀ, ਅੱਗੇ ਤੂੰ ਏਦਾਂ ਦੀ ਗਲਤੀ ਨਹੀਂ ਕਰਨ ਲੱਗਾ। ਬਹੁਰ ਨਾ ਬਚ ਹੋਰੇ ਕਹੋ ਸੁਲੋਰੇ। ਮੁੜ ਕੇ ਤੁਹਾਡਾ ਬਚਨ ਨਹੀਂ ਮੋੜੇਗਾ, ਫਿਰ ਜੋ ਆਖੋਗੇ ਮੰਨੇਗਾ। ਆਏ ਸੇ ਮੁਖੀ ਤਾਹੇ, ਤੁਹਾਡੀ ਆਗਿਆ ਦੇ ਵਿੱਚ ਰਹੇਗਾ। ਸੁਨੀਏ ਸ਼ਰੁਤ ਬਾਲਾ ਬੁੱਧ ਵਿਸਾਲਾ। ਮਹਾਰਾਜ ਜੀ ਹੱਸਦਿਆਂ ਹੱਸਦਿਆਂ ਹੀ ਕਹਿੰਦੇ, ਨਾਲੇ ਕਹਿੰਦੇ ਭਾਈ ਬਾਲਾ ਜੀ ਸੁਣੋ। ਸੰਗ ਲਏ ਕੀ ਲਾਜ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਕਹਿੰਦੇ ਭਾਈ ਬਾਲਾ ਜੀ, ਭਾਈ ਮਰਦਾਨੇ ਨੂੰ ਅਸੀਂ ਆਪਣੇ ਨਾਲ ਲਿਆਏ ਆ ਤੇ ਸੰਗ ਲਏ ਦੀ ਸਾਨੂੰ ਲਾਜ ਹੈ।
ਭਾਈ ਮਰਦਾਨੇ ਨੂੰ ਅਸੀਂ ਨਹੀਂ ਛੱਡ ਸਕਦੇ। ਇਹ ਤਾਂ ਇੱਥੇ ਵੀ ਸਾਡੇ ਕੀਰਤਨੀਏ ਆ, ਅੱਗੇ ਸਾਡੇ ਸੱਚਖੰਡ ਦੇ ਵੀ ਸਾਡੇ ਦਰਬਾਰ ਦੇ ਕੀਰਤਨੀਏ ਹੈ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਇਹਦੀ ਸਾਡੀ ਸਾਂਝ ਹੈ, ਸੰਗ ਲਏ ਕੀ ਹਮਕੋ ਲਾਜਾ। ਅਸੀਂ ਇਹਨੂੰ ਨਾਲ ਲਿਆਂਦਾ, ਸਾਨੂੰ ਇਹਦੀ ਲਾਜ ਹੈ। ਬੋ ਭੂਖ ਸੁਭਾਉ ਧੀਰ ਨਸਾਉ। ਉਹਨੂੰ ਭੁੱਖ ਜ਼ਿਆਦਾ ਵਿਆਪਦੀ ਆ, ਜਦੋਂ ਭੁੱਖ ਲੱਗਦੀ ਆ ਵੱਡਿਆਂ ਵੱਡਿਆਂ ਦਾ ਧੀਰਜ ਨਸ ਜਾਂਦਾ ਹੈ। ਪੁਨ ਤੈ ਸੋ ਹਮ ਕਾਜ। ਨਾਲੇ ਸਾਡਾ ਉਹਦੇ ਨਾਲ ਕੰਮ ਹੈ। ਸਿਮਰਨ ਮਮ ਕਰਤਾ ਅਬ ਉਰ ਡਰਤਾ। ਹੁਣ ਭਾਈ ਮਰਦਾਨਾ ਸਾਡਾ ਸਿਮਰਨ ਕਰ ਰਿਹਾ ਤੇ ਮਨ 'ਚ ਡਰ ਰਿਹਾ। ਚਲੋ ਛੁਟਾਵੇਂ ਤਾਸ। ਚੱਲ ਬਾਲਿਆ, ਚੱਲ ਕੇ ਛੁਡਾ ਲਿਆਈਏ ਮਰਦਾਨੇ ਨੂੰ ਤੇ ਆਪਣੇ ਨਾਲ ਲੈ ਆਈਏ। ਇਹ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਚੱਲੇ ਨੇ। ਦਇਆਨੰਦ ਸੁਆਮੀ ਜੀ ਜਿਵੇਂ ਭਾਈ ਮਰਦਾਨਾ ਜੀ ਤੇ ਕਿਰਪਾ ਕਰ ਰਹੇ ਨੇ ਔਰ ਜਿਵੇਂ ਇਹਨਾਂ ਜਾਦੂਗਰਨੀਆਂ ਨੂੰ ਉਪਦੇਸ਼ ਦੇ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 हे अच्युत हे पार ब्रह्म अबनासी अगनास। हे पूरन हे सर्वमय दुख पंजन गुणतास। हे संगी हे निरंकार हे निर्गुण सब टेक। हे गोबिंद हे गुण निधान जाके सदा बबेक। हे अपरंपर हर हरे है पियो अणहार। हे संतह कै सदा संग धारा आधार। हे ठाकुर हों दासरो निर्गुण गुण नहीं कोय। नानक दीजै नाम धान राखो ये परोए। आए प्रभ शरणागति दयाल। एक अखर हर मन बस्त नानक होत निहाल। वाहिगुरु नाम जहाज है बड़े सोतरे पा